मैं मनवीर कौर सोशल पोस्ट ਵੇਖ ਰਹੀ ਸਾਰੀ ਆਡੀਅנס ਦਾ ਸਵਾਗਤ ਕਰਦੀ ਹਾਂ। ਇਹ ਹਫਤਾ ਬਹੁਤ ਚਹਿਲ ਪਹਿਲ ਵਾਲਾ ਰਿਹਾ, ਬਹੁਤ ਇਹੋ ਜਿਹੀਆਂ ਨਵੀਆਂ ਡਿਵੈਲਪਮੈਂਟਸ ਹੋਈਆਂ ਨੇ, ਬਹੁਤ ਕੁਝ ਦੇਖਣ ਨੂੰ ਆਪਾਂ ਨੂੰ ਮਿਲਿਆ। ਜਿਵੇਂ ਕਿ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਇੱਕ ਮਾਰਚ ਆਰਗੇਨਾਈਜ਼ ਕੀਤਾ ਗਿਆ ਸੀ, ਜੋ ਚੰਡੀਗੜ੍ਹ ਤੱਕ ਪਹੁੰਚਿਆ ਤਾਂ ਨਹੀਂ ਹੈਗਾ। ਰਸਤੇ ਦੇ ਵਿੱਚ ਇੱਕ ਕਿਸਾਨ ਦੀ ਮੌਤ ਹੋ ਜਾਣ ਦੇ ਨਾਲ ਉੱਥੇ ਹੀ ਲੌਂਗੋਵਾਲ ਦੇ ਵਿੱਚ ਧਰਨਾ ਲੱਗਦਾ ਹੈ। ਉਹਦੀ ਬਾਅਦ ਵਿੱਚ ਸਰਕਾਰ ਦੇ ਨਾਲ ਸੁਲ੍ਹਾ ਸੰਮਤੀ ਬਣਦੀ ਹੈ, ਰਾਜੀਨਾਮਾ ਇੱਕ ਤਰ੍ਹਾਂ ਦਾ ਹੋ ਜਾਂਦਾ ਹੈ। ਔਰ ਪੰਜਾਬ ਸਰਕਾਰ ਵੱਲੋਂ ਫਲੱਡ ਦੇ ਲਈ ਜਿਹੜੇ ਫਲੱਡ ਪੀੜਿਤ ਨੇ ਉਹਨਾਂ ਦੇ ਲਈ ਰਿਲੀਫ ਫੰਡ ਜਿਹੜਾ 180 ਕਰੋੜ ਦਾ ਫਿਰ ਜਾਰੀ ਕਰ ਦਿੱਤਾ ਜਾਂਦਾ, ਬਟ ਹਜੇ ਵੀ ਉਹ ਸਫੀਸ਼ੀਐਂਟ ਨਹੀਂ ਹੈਗਾ। ਬਹੁਤ ਵੱਡਾ ਹਿੱਸਾ ਹਜੇ ਵੀ ਹੜ੍ਹਾਂ ਦੀ ਮਾਰ ਦੇ ਹੇਠ ਹੈਗਾ ਆ। ਅਗਰ ਆਪਾਂ ਇਸ ਤੋਂ ਅੱਗੇ ਦੇਖੀਏ ਇੰਡੀਆ ਪੱਧਰ ਤੇ, ਤਾਂ ਬ੍ਰਿਕਸ ਸੰਮੇਲਨ ਦੇ ਵਿੱਚ ਭਾਰਤੀ ਪ੍ਰਧਾਨ ਮੰਤਰੀ ਜਾਂਦੇ ਨੇ ਔਰ ਉੱਥੇ ਦੀਆਂ ਕੁਝ ਕੁ ਡਿਵੈਲਪਮੈਂਟਸ ਨੇ ਜਿਨ੍ਹਾਂ ਤੇ ਗੱਲ ਕਰਨੀ ਜ਼ਰੂਰੀ ਹੈ। ਔਰ ਨਾਲ ਹੀ ਸਭ ਤੋਂ ਵੱਡੀ ਇੱਕ ਸਪੇਸ ਐਡਵੈਂਚਰ ਦੇ ਵਿੱਚ ਜਿਹੜੀ ਕਾਮਯਾਬੀ ਹਾਸਲ ਹੋਈ ਹੈ ਭਾਰਤ ਨੂੰ, ਚੰਦਰਯਾਨ 3 ਦੇ ਰੂਪ ਦੇ ਵਿੱਚ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਨਾਲ ਦੀ ਨਾਲ ਹੀ ਅਕਾਲੀ ਪੋਲਿਟਿਕਸ ਜਿਹੜੀ ਆ ਉਹਦੇ ਵਿੱਚ ਵੀ ਨਿਰੰਤਰ ਨਵੀਆਂ ਡਿਵੈਲਪਮੈਂਟਸ ਨੇ। ਇਹ ਮੇ ਬੀ ਇਨਸਿਕਿਉਰਿਟੀਜ਼ ਦੇ ਵਿੱਚੋਂ ਆ ਰਹੀਆਂ ਨੇ ਜਾਂ ਫੀਅਰ ਆਫ ਮਿਸਿੰਗ ਆਊਟ ਦੇ ਵਿੱਚ ਹੁਣ ਅਕਾਲੀ ਦਲ ਜੂਝ ਰਿਹਾ ਹੈਗਾ। ਇਸ ਕਰਕੇ ਕੁਛ ਨਾ ਕੁਛ ਕਾਲੀਪਨ ਦੇ ਵਿੱਚ ਇਦਾਂ ਦੇ ਕੰਮ ਕਰ ਰਿਹਾ ਤਾਂ ਕਿ ਉਹ ਸੁਰਖੀਆਂ ਦੇ ਵਿੱਚ, ਚਰਚਾ ਦੇ ਵਿੱਚ ਕਿਸੇ ਤਰ੍ਹਾਂ ਬਣਿਆ ਰਹੇ। ਅੱਜ ਦਾ ਪ੍ਰੋਗਰਾਮ ਹਰ ਵੀਕਐਂਡ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਵੀ ਸਾਡੇ ਨਾਲ ਕੁਕੀ ਗਿੱਲ ਜੀ ਬਣੇ ਰਹਿਣਗੇ। ਮੈਂ ਸਰ ਨੂੰ ਸ਼ਾਮਿਲ ਕਰਦੇ ਹੋਏ ਇਹਨਾਂ ਵਿਸ਼ਿਆਂ ਦੇ ਉੱਤੇ ਗੱਲ ਨੂੰ ਸ਼ੁਰੂ ਕਰਦੀ ਹਾਂ। ਸਰ, ਸਭ ਤੋਂ ਪਹਿਲਾਂ ਥੈਂਕ ਯੂ ਜੀ, ਤੁਸੀਂ ਆਪਣਾ ਸਮਾਂ ਕੱਢਿਆ। ਮੋਸਟ ਵੈਲਕਮ। ਥੈਂਕ ਯੂ ਸੋ ਮਚ ਮੰਦੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸਰ। ਸਭ ਤੋਂ ਪਹਿਲਾਂ ਪੰਜਾਬ ਤੋਂ ਸ਼ੁਰੂ ਕਰਦੇ ਹਾਂ ਜੀ। ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਧਰਨਾ ਲਾਇਆ ਗਿਆ ਸੀਗਾ। ਉਹ ਧਰਨਾ ਤਾਂ ਲੱਗਾ ਸੀਗਾ ਕਿ ਰਾਸਤੇ 'ਚ ਇੱਕ ਕਿਸਾਨ ਦੀ ਮੌਤ ਹੋ ਜਾਂਦੀ ਹੈ ਟਰਾਲੀ ਥੱਲੇ ਆਉਣ ਤੋਂ ਬਾਅਦ। ਉਹ ਤਸਵੀਰਾਂ ਦਿਲ ਦਹਿਲਾ ਦੇਣ ਵਾਲੀਆਂ ਸੀ। ਚੰਡੀਗੜ੍ਹ ਤੱਕ ਤਾਂ ਕਿਸਾਨ ਨਹੀਂ ਪਹੁੰਚ ਪਾਏ, ਆਪਣੀਆਂ ਮੰਗਾਂ ਨੂੰ ਕੇਂਦਰ ਤੱਕ ਤਾਂ ਨਹੀਂ ਲੈ ਕੇ ਜਾ ਪਾਏ, ਪਰ ਰਾਸਤੇ ਦੇ ਵਿੱਚ ਹੀ ਇਹ ਘਟਨਾ ਵਾਪਰਨ ਤੋਂ ਬਾਅਦ ਇੱਕ ਤਰ੍ਹਾਂ ਦੇ ਨਾਲ ਲੌਂਗੋਵਾਲ 'ਚ ਧਰਨਾ ਲੱਗਦਾ ਔਰ ਫਿਰ ਸੁਲ੍ਹਾ ਸੰਮਤੀ ਜਿਹੜੀ ਆ ਕਿਸੇ ਤਰ੍ਹਾਂ ਬਣਦੀ ਹੈਗੀ ਆ। ਨਾਲ ਦੀ ਨਾਲ ਇਹ ਕਿਸਾਨ ਧਰਨਾ ਸ਼ੁਰੂ ਕਰਦੇ ਨੇ ਸਰ। ਇਮੀਡੀਏਟਲੀ ਪੰਜਾਬ ਸਰਕਾਰ ਵੱਲੋਂ ਰਾਸ਼ੀ ਜਿਹੜੀ ਹੈ 180 ਕਰੋੜ ਦੇ ਲਗਭਗ ਉਹ ਰਿਲੀਜ਼ ਕਰ ਦਿੱਤੀ ਜਾਂਦੀ ਆ ਫਲੱਡ ਰਿਲੀਫ ਦੇ ਲਈ। ਹੁਣ ਇੱਥੇ ਜਿਹੜੀ ਕਿਸਾਨਾਂ ਦੀ ਸਿਆਸਤ ਹੈ, ਕਿਸਾਨ ਯੂਨੀਅਨਸ ਦੀ ਸਿਆਸਤ ਹੈ ਔਰ ਪੰਜਾਬ ਦੀ ਸਿਆਸਤ ਹੈ, ਇਹਦੇ ਵਿੱਚੋਂ ਕਿਹੜੇ ਮੇਨ ਪੁਆਇੰਟ ਤੁਸੀਂ ਪਿਕ ਕੀਤੇ ਕਿ ਇਹ ਸਾਰਾ ਕੁਝ ਕੀ ਵਾਪਰਿਆ? ਬਹੁਤ ਵੱਡਾ ਹੱਲਾ ਹੋਇਆ, ਇੱਕ ਬਹੁਤ ਲੋਕਾਂ ਦੇ ਵਿੱਚ ਚਰਚਿਤ ਹੋਏ ਕਿਸਾਨ ਦੁਆਰਾਂ ਤੋਂ, ਪਰ ਇੱਕਦਮ ਫਿਰ ਸ਼ਾਂਤ ਹੋ ਗਿਆ ਜੀ ਸਭ ਕੁਝ। ਕਿਹੜੇ ਮੇਨ ਪੁਆਇੰਟਸ ਨੇ ਇਹਦੇ ਵਿੱਚੋਂ ਟੇਕ ਅਵੇ ਕਰਨ ਨੂੰ? ਇਹਦੇ ਵਿੱਚ ਨਾ ਮਤਲਬ ਕਿ ਸ਼ੁਰੂ ਮੈਂ ਇੱਥੋਂ ਕਰਨਾ ਚਾਹੁੰਦਾ ਵੀ ਪੱਤਾ ਪੱਤਾ ਬੂਟਾ ਬੂਟਾ ਹਾਲ ਹਮਾਰਾ ਜਾਣੇ ਹੈ, ਜਾਣੇ ਨਾ ਜਾਣੇ ਗੁਲ ਹੀ ਨਾ ਜਾਣੇ, ਬਾਗ ਤੋਂ ਸਾਰਾ ਜਾਣੇ ਹੈ। ਮਤਲਬ ਕਿ ਕਿਸਾਨਾਂ ਦੇ ਜਿਹੜੇ ਇਸ਼ੂਜ਼ ਨੇ ਜਿਸ ਤਰ੍ਹਾਂ ਹੈਂਡਲ ਕੀਤੇ ਜਾ ਰਹੇ ਨੇ, ਚਾਹੇ ਸਰਕਾਰ ਵੱਲੋਂ ਸੀਐਮ ਭਗਵੰਤ ਮਾਨ ਨੂੰ, ਤੇ ਦੂਜੇ ਪਾਸੇ ਜਿਹੜੀਆਂ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਹੈਗੀ ਆ। ਮੈਂ ਸਮੂਹ ਕਿਸਾਨਾਂ ਨੂੰ ਨਹੀਂ ਕਹਿੰਦਾ, ਪਰ ਜਿਹੜੀ ਲੀਡਰਸ਼ਿਪ ਆ ਉਹ ਕਿਤੇ ਨਾ ਕਿਤੇ ਮਿਸਡਾਇਰੈਕਟਡ ਐਫਰਟਸ ਦੇ ਨਾਲ ਆਪਣੇ ਆਪ ਨੂੰ ਅੱਗੇ ਤੋਰਨਾ ਚਾਹੁੰਦੀ ਹੈ। ਜਿਹੜਾ ਉਹ ਸੰਘਰਸ਼ ਦਿੱਲੀ ਦੀ ਪਹਿਲੂਆਂ 'ਤੇ ਛੱਡ ਕੇ ਆਏ ਸੀ, ਉਦੋਂ ਵੀ ਉਹ ਅਧੂਰਾ ਛੱਡ ਆਏ ਸੀਗੇ, ਕਿਉਂਕਿ ਜਿਹੜੀ ਉਹਨਾਂ ਦੀ ਮੁੱਖ ਡਿਮਾਂਡ ਤਾਂ ਸੀਗੀ MSP, ਕਿ ਮਿਨੀਮਮ ਸਪੋਰਟ ਪ੍ਰਾਈਸ ਮਿਲੇ, ਤਾਂ ਕਿ ਜਿਹੜਾ ਫਸਲੀ ਚੱਕਰ 'ਚ ਕਿਸਾਨ ਪੰਜਾਬ ਦਾ ਫਸਿਆ ਹੋਇਆ ਉਹਦੇ 'ਚੋਂ ਕਿਸੇ ਨਾ ਕਿਸੇ ਰੂਪ ਵਿੱਚ ਬਾਹਰ ਨਿਕਲ ਸਕੇ। ਜਦੋਂ ਇਹਨਾਂ ਨੇ ਉੱਥੇ ਮੋਰਚਾ ਛੱਡਿਆ ਸੀ, ਉਦੋਂ ਇਹ ਵਿਚਾਰ ਚਰਚਾ ਬਹੁਤ ਵੱਡੇ ਪੱਧਰ 'ਤੇ ਆਈ ਸੀ। ਮੈਂ ਵੀ ਆਪਣੇ ਵੱਲੋਂ ਲੇਖ ਲਿਖੇ ਸੀਗੇ, ਅਤੇ ਮੇਰੀ ਹੁਣ ਦੁਬਾਰਾ ਜਿਹੜੀ ਅਪਡੇਟਡ ਬੁੱਕ ਆ ਕਿਸਾਨੀ ਕਿਸਾਨ ਕਰੇ, ਉਹ ਹੁਣ ਅਸੀਂ ਕਿਸਾਨ ਮੇਲੇ 'ਤੇ ਰਿਲੀਜ਼ ਕਰ ਰਹੇ ਹਾਂ। ਇਸ ਵਾਰੀ ਜਿਹੜਾ PAU ਦੇ ਵਿੱਚ ਹੋਣਾ ਅਗਲੇ ਮਹੀਨੇ ਸਤੰਬਰ ਦੇ ਵਿੱਚ। ਉਹਦੇ ਵਿੱਚ ਮੇਰੇ ਉਹ ਆਰਟੀਕਲਸ ਵੀ ਲੱਗੇ ਹੋਏ ਨੇ ਜਿਹੜੇ ਕਿ ਹੋਰ ਵੀ ਵਿਦਵਾਨਾਂ ਨੇ ਵਿਚਾਰ ਦਿੱਤੇ ਸੀ ਵੀ ਜਿਹੜੀ ਐਫਰਟ ਸੀਗੀ, ਐਡੀ ਮੈਸਿਵ ਐਫਰਟ ਸੀਗੀ ਦਿੱਲੀ ਦੀ ਬਹਿਰੂਆਂ ਅਤੇ ਬਾਰਡਰਸ 'ਤੇ, ਉਹਨੂੰ ਮਤਲਬ ਕਿ ਇਹਨਾਂ ਨੂੰ ਸੰਪੂਰਨ ਕਰਕੇ ਆਉਣਾ ਚਾਹੀਦਾ ਸੀ। ਨਹੀਂ ਭਾਵੇਂ ਬੇਸ਼ੱਕ ਜੇ ਥੋੜ੍ਹੇ ਦਿਨ ਲੱਗਦੇ ਤਾਂ ਹੋਰ ਲਾ ਲੈਣੇ ਚਾਹੀਦੇ ਸੀ, ਪਰ ਉਹਦੇ ਵਿੱਚੋਂ ਇਹ ਵੀ ਗੱਲ ਉੱਭਰੀ ਹੈ ਕਿ ਜਿਹੜੇ ਸੀਨੀਅਰ ਲੀਡਰ ਸੀਗੇ, ਜਿਹੜੇ ਬਾਅਦ 'ਚ ਚੋਣਾਂ ਵਿੱਚ ਆਏ, ਉਹਨਾਂ ਨੇ ਇਹ ਜ਼ਿਕਰ ਕੀਤਾ ਸੀ ਕਿ ਉਸ ਟਾਈਮ 'ਤੇ ਸਾਡਾ ਜਿਹੜਾ ਕਰਾਊਡ ਦੀ ਸਟਰੈਂਥ ਆ ਬਹੁਤ ਘਟਣ ਲੱਗ ਗਈ ਸੀ। ਭਾਵੇਂ ਉੱਥੇ ਜਿਹੜੇ ਇੰਤਜ਼ਾਮ ਕੀਤੇ ਹੋਏ ਸੀ ਉਹਨਾਂ ਦੇ ਜਿੰਦਰੇ ਲੱਗੇ ਹੋਏ ਸੀ, ਬਹੁਤੇ ਜਿਹੜੇ ਥਾਵਾਂ 'ਤੇ ਲੋਕਾਂ ਨੇ ਆਪਣੇ ਆਪਣੇ ਰਹਿਣ ਬਸੇਰੇ ਬਣਾਏ ਹੋਏ ਸੀਗੇ। ਉਹਦੇ ਵਿੱਚ ਜਿਹੜੀ ਇਹਨਾਂ ਦੀ ਅੰਦਰੂਨੀ ਫੁੱਟ ਸੀਗੀ, ਉਹ ਸੰਘਰਸ਼ ਨੇ ਇਹਨਾਂ ਦੀ ਲੁਕੋਈ ਰੱਖੀ। ਪਰ ਜਦੋਂ ਹੀ ਇਹ ਪੰਜਾਬ ਦੀ ਧਰਤੀ 'ਤੇ ਆਏ, ਇਸੇ ਤਰ੍ਹਾਂ ਹਰਿਆਣੇ ਦੀ ਜਿਹੜੀਆਂ ਕਿਸਾਨ ਜਥੇਬੰਦੀਆਂ ਦੀ ਲੀਡਰ ਸੀ, ਜਦੋਂ ਹਰਿਆਣੇ 'ਚ ਵਾਪਸ ਆਏ, ਉਹਨਾਂ ਦੇ ਆਪਸ 'ਚ ਜਿਹੜਾ ਸੀਗਾ ਪਾੜ ਹੋਰ ਵੱਧ ਗਿਆ। ਇੱਥੋਂ ਤੱਕ ਪਾੜ ਆ ਗਿਆ ਕਿ ਇੱਕ ਦੂਜੇ 'ਤੇ ਨੈਤਿਕਤਾ ਦੇ ਤੌਰ 'ਤੇ ਨਿੱਜੀ ਵੀ ਦੋਸ਼ ਲੱਗਣ ਲੱਗ ਗਏ, ਅਤੇ ਕਿੰਨੀਆਂ ਜਥੇਬੰਦੀਆਂ ਜਿਹੜੀਆਂ 32 ਸੀਗੀਆਂ ਉਹ ਵੱਧ ਕੇ ਮੈਂ ਕਿਹਾ 50 ਤੋਂ ਉੱਤੇ ਨੰਬਰ ਚਲਾ ਗਿਆ।
ਉਸ ਤੋਂ ਬਾਅਦ ਲਗਾਤਾਰ ਇੱਕ ਦੂਜੇ ਦੇ ਉੱਤੇ ਅਪਮੈਨਸ਼ਿਪ ਕਰਨ ਲਈ ਇਹ ਦਾਅਵੇ ਕੀਤੇ ਜਾ ਰਹੇ ਨੇ ਜਿਹੜੇ ਕਿਸਾਨ ਲੀਡਰਸ ਨੇ ਵੀ ਮੈਂ ਆਹ ਕਰਨਾ ਚਾਹੁੰਦਾ। ਉਹ ਜਿੰਨੇ ਕੋਈ ਛੋਟਾ ਇਸ਼ੂ ਆ ਕੋਈ ਵੱਡਾ ਇਸ਼ੂ ਆ ਉਹਦੇ ਨੂੰ ਛੱਡ ਕੇ ਇਹ ਛੋਟੇ ਇਸ਼ੂਸ ਨੂੰ ਲੈ ਕੇ ਚੱਲਣ ਲੱਗ ਗਿਆ, ਜਿਹਦੇ ਨਾਲ ਕਿ ਇਹਨਾਂ ਦੀ ਜਿਹੜੀ ਸਟਰੈਂਥ ਹੈਗੀ ਆ ਉਹ ਰਸਾਤਲ ਤੋਂ ਨਾ ਮਤਲਬ ਕਿ ਉੱਥੋਂ ਖੁਰਨ ਲੱਗ ਗਈ ਹੈਗੀ ਆ। ਕਿਉਂਕਿ ਲੋਕਾਂ ਨੂੰ ਐ ਸਾਰਾ ਦਿਨ ਅੰਗੇਜ ਕਰਕੇ ਰੱਖਣਾ ਫॉर नॉट ਕਿ ਮੇਰੇ ਮੇਜਰ ਇਸ਼ੂ ਬਟ ਮਾਈਨਰ ਜਿਹੜੀਆਂ ਟ੍ਰਿਵੀਅਲ ਇਸ਼ੂਸ ਨੇ ਉਹਦੇ ਚਲ ਜਾ ਰਿਹਾ। ਹੁਣ ਵੀ ਤੁਸੀਂ ਦੇਖੋ ਕਿ ਇਹਨਾਂ ਨੇ ਮੋਰਚਾ ਲਾਉਣਾ ਸੀ ਚੰਡੀਗੜ੍ਹ ਤੇ ਉਹ ਡਾਇਰੈਕਟਡ ਸੀਗਾ ਟੂਵਰਡਸ ਦਾ ਸੈਂਟਰਲ ਗਵਰਨਮੈਂਟ। ਮਤਲਬ ਜੇ ਤੁਸੀਂ ਸੈਂਟਰਲ ਗਵਰਨਮੈਂਟ ਨਾਲ ਲਾਉਣਾ ਮੋਰਚਾ ਤਾਂ ਫਿਰ ਉਹ ਦਿੱਲੀ ਵੱਲ ਨੂੰ ਮੂੰਹ ਕਰਕੇ ਲਾਓ, ਕਿਉਂਕਿ ਸਾਰਿਆਂ ਨਾਲੋਂ ਵੱਡੀ ਜਿਹੜੀ ਸਾਡੇ ਕਿਸਾਨੀ ਨੂੰ ਹੋਲਡ ਕੀਤਾ ਹੋਇਆ, ਜਿਹਨੇ ਸਾਡੀ ਅਪਲਿਫਟਮੈਂਟ ਹੋਣ ਨਹੀਂ ਦੇ ਰਹੀ ਐਗਰੀਕਲਚਰ ਦੀ, ਉਹ ਹੈਗਾ ਕਿ ਸਾਡੇ ਜਿਹੜੇ ਬਾਰਡਰਸ ਹੈਗੇ ਆ ਪਾਕਿਸਤਾਨ ਦੇ ਨਾਲ ਉਹ ਨਹੀਂ ਖੋਲ੍ਹੇ ਜਾ ਰਹੇ, ਕਿਉਂਕਿ ਉਹਦੇ ਰਾਹੀਂ ਸਾਨੂੰ ਟ੍ਰੇਡ ਨਹੀਂ ਕਰਨ ਦਿੱਤਾ ਜਾ ਰਿਹਾ। ਜਦ ਕਿ ਤੁਸੀਂ ਦੇਖ ਲਓ ਜਦੋਂ ਬੰਬੇ ਵੀ ਅਟੈਕ ਹੋਇਆ ਸੀਗਾ 2011 ਦੇ ਵਿੱਚ, ਉਸ ਤੋਂ ਬਾਅਦ ਵੀ ਲਗਾਤਾਰ ਜਿਹੜਾ ਟ੍ਰੇਡ ਹੈਗਾ ਪਾਕਿਸਤਾਨ ਦੇ ਨਾਲ, ਜਿਹੜੇ ਵੱਡੇ ਵਪਾਰੀਆਂ ਦਾ ਟ੍ਰੇਡ ਹੈ ਜਿਹੜਾ ਬੰਬਈ ਦੀ ਬੰਦਰਗਾਹ ਤੋਂ ਹੋ ਰਿਹਾ ਜਾਂ ਗੁਜਰਾਤ ਦੀਆਂ ਬੰਦਰਗਾਹਾਂ ਤੋਂ ਹੋ ਰਿਹਾ, ਉਹ ਲਗਾਤਾਰ ਜਾਰੀ ਆ। ਉਹਦੇ 'ਚ ਈਵਨ ਇਜ਼ਾਫਾ ਹੋਇਆ, ਕੋਈ ਘਾਟਾ ਨਹੀਂ ਹੋਇਆ, ਘਟਿਆ ਨਹੀਂ ਉਹ। ਪਰ ਜਿੱਥੋਂ ਤੱਕ ਪੰਜਾਬ ਦੀ ਜਿਹੜਾ ਟ੍ਰੇਡ ਰੂਟ ਹੈਗਾ ਸਾਡਾ ਇੰਨਾ ਮਤਲਬ ਕਿ ਗੋਲਡਨ ਕ੍ਰੈਸੈਂਟ ਹੈਗੀ ਆ ਕਿ ਇੰਨੀ ਸਾਨੂੰ ਇਹਦੇ ਨਾਲ ਅਸੈਸ ਮਿਲਦੀ ਹੈਗੀ ਵਰਲਡ ਦੇ ਵਿੱਚ, ਉਹ ਸਾਨੂੰ ਰੋਕਿਆ ਹੋਇਆ ਹੈਗਾ। ਅਸਲ ਮੁੱਦਾ ਤਾਂ ਇਹ ਹੈ ਕਿਸਾਨੀ ਅੱਗੇ, ਕਿਉਂਕਿ ਆਪਾਂ ਨੂੰ ਐਫਰਟਸ ਉਧਰ ਨੂੰ ਡਾਇਰੈਕਟ ਕਰਨੇ ਚਾਹੀਦੇ, ਪਰ ਉਹਦੇ ਕੁਝ ਕਿਸਾਨ ਜਥੇਬੰਦੀਆਂ ਨੇ ਕਿਹਾ ਵੀ ਸੀਗਾ ਕਿ ਅਸੀਂ ਬਹੁਤ ਛੇਤੀ ਹੀ ਪਾਕਿਸਤਾਨ ਦਾ ਜਿਹੜਾ ਟ੍ਰੇਡ ਬਾਰਡਰ ਤੋਂ ਇੰਡੀਆ ਪਾਕਿਸਤਾਨ ਬਾਰਡਰ ਤੋਂ ਜਿਹੜਾ ਟ੍ਰੇਡ ਆ ਉਹਨੂੰ ਖੋਲਣ ਦੇ ਲਈ ਧਰਨਾ ਲਾਵਾਂਗੇ। ਇਹ ਜਥੇਬੰਦੀਆਂ ਨੇ ਪਾਣੀਆਂ ਦੇ ਧਰਨਾ ਲਾਉਣ ਦੀ ਵੀ ਗੱਲ ਕਹੀ ਸੀ, ਪਰ ਉਹ ਮੁਕੰਮਲ ਨਹੀਂ ਹੋ ਪਾਇਆ ਕਿਉਂਕਿ ਕੌਮੀ ਇਨਸਾਫ ਮੋਰਚਾ ਵਿੱਚ ਆ ਗਿਆ ਸੀ। ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਉਹਨਾਂ ਨੇ ਪੋਸਟਪੋਨ ਕਰ ਦਿੱਤਾ। ਪਰ ਸਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਚਾਹੇ ਜਿੱਦਾਂ ਹੁਣ ਤੁਸੀਂ ਵੀ ਗੱਲ ਕਹੀ ਕਿ ਛੋਟੇ ਟ੍ਰਿਵੀਅਲ ਇਸ਼ੂਸ ਨੇ ਜਿਨ੍ਹਾਂ ਤੇ ਉਹ ਲੱਗੇ ਨੇ, ਖੈਰ ਕਿਸਾਨੀ ਦਾ ਜਿਹੜਾ ਮੁਆਵਜ਼ਾ ਮਿਲਣਾ ਹੈ, ਜਿਨ੍ਹਾਂ ਦੀਆਂ 2 ਵਾਰੀ ਫਸਲਾਂ ਖਰਾਬ ਹੋ ਗਈਆਂ ਨੇ, ਬਹੁਤ ਵੱਡਾ ਮਸਲਾ ਹੈ ਸਰ। ਲੇਕਿਨ ਇਹ ਕਿਸਾਨ ਜਥੇਬੰਦੀਆਂ ਦੀ ਲੋਕ ਹਜੇ ਵੀ ਐਕਸਪੈਕਟ ਕਰ ਰਹੇ ਨੇ। ਲੋਕਾਂ ਦਾ ਜਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਕਮੈਂਟ ਆਉਂਦੇ ਨੇ, ਇਹਨਾਂ ਦੀਆਂ ਵੀਡੀਓਜ਼ ਨੂੰ ਲੋਕ ਦੇਖਦੇ ਨੇ, ਨਾਲ ਜੁੜਦੇ ਨੇ, ਐਵੇਂ ਲੱਗਦਾ ਹੈ ਕਿ ਬਹੁਤ ਵੱਡੀ ਐਕਸਪੈਕਟੇਸ਼ਨ ਰੱਖਦੇ ਆ ਪੰਜਾਬ ਦੇ ਲੋਕ ਵੀ ਹਜੇ ਵੀ ਕਿਸਾਨ ਜਥੇਬੰਦੀਆਂ ਬਹੁਤ ਕੁਝ ਕਰ ਦੇਣਗੀਆਂ ਸਰ। ਨਹੀਂ, ਨੋ ਡਾਊਟ ਕਿ ਇਹ ਆਰਗੇਨਾਈਜ਼ਡ ਲੀਡਰਸ਼ਿਪ ਨਹੀਂ ਨਾ ਹੈਗੀ। ਲੀਡਰਸ਼ਿਪ ਤਾਂ ਹੈਗੀ ਆ ਪਰ ਨਾਟ ਐਨ ਆਰਗੇਨਾਈਜ਼ਡ ਮੈਨਰ। ਮਤਲਬ ਕਿ ਹਰ ਇੱਕ ਦੇ ਆਪਸ 'ਚ ਜਿਹੜੇ ਈਗੋ ਕਲੈਕਟਿਵਸ ਨੇ, ਜਿਹੜੇ ਕਿ ਉਹ ਇੱਕ ਆਪਣੀ ਸੁਸਾਇਟੀ ਦਾ ਹੀ ਪਾਰਟ ਹੈਗਾ। ਕਿਉਂਕਿ ਜਿਹੜੀ ਦੂਸਰੀ ਪੋਲੀਟੀਕਲ ਲੀਡਰਸ਼ਿਪ ਆ ਪੰਜਾਬ 'ਚ, ਉਹ ਇੱਕ ਤਰ੍ਹਾਂ ਨਾਲ ਟੋਟਲੀ ਮਿਸਿੰਗ ਆ। ਜੋ ਹੈਗੀ ਵੀ ਆ ਤਾਂ ਉਹਨਾਂ ਨੇ ਆਪਣੀ ਕੰਟੈਂਟ ਜਿਹੜੀ ਆ ਉਹ ਗਵਾ ਚੁੱਕੇ ਨੇ ਪੋਲੀਟਿਕਸ ਦੀ ਜਿਹੜੀ ਹੈਗੀ ਆ। ਇਸ ਕਰਕੇ ਜਿਹੜੇ ਇਹ ਇਸ਼ੂ ਤਾਂ ਸਾਰੇ ਰਾਜਨੀਤਿਕ ਨੇ, ਪਰ ਜਦੋਂ ਤੁਸੀਂ ਇਹਨਾਂ ਦੇ ਲੀਡਰਸ ਦੀਆਂ ਇੰਟਰਵਿਊਸ ਸੁਣਦੇ ਉਦੋਂ ਕਹਿੰਦੇ ਵੀ ਅਸੀਂ ਰਾਜਨੀਤਿਕ ਨਹੀਂ ਹਾਂ, ਜਦ ਕਿ ਮੰਗਾਂ ਸਾਰੀਆਂ ਸਮਾਜ ਦੇ ਨਾਲ ਜੁੜੀਆਂ ਹੋਈਆਂ ਨੇ। ਪੋਲੀਟਿਕਸ ਕੀ ਆ? ਇੱਕ ਸਮਾਜਿਕ ਸਮੂਹ ਆ ਨਾ, ਉਹਦੀ ਲੀਡਰਸ਼ਿਪ ਆ। ਉਹ ਜਿਹੜੇ ਇਸ਼ੂਸ ਹੈਗੇ ਨੇ ਆਪਾਂ ਨੂੰ ਕੰਸਰਨਿੰਗ ਐਗਰੀਕਲਚਰ, ਜੇ ਪਾਣੀ ਦੀ ਮੈਂ ਤੁਹਾਨੂੰ ਚਲੋ ਇੱਕ ਐਗਜ਼ਾਮਪਲ ਦਿੰਦਾ ਹੈਗਾ। 1955 ਦੇ ਵਿੱਚ ਜਨਵਰੀ ਕੇ ਕਿਸੇ ਮਹੀਨੇ ਵਿੱਚ ਮੀਟਿੰਗ ਹੋਈ ਸੀ 5th ਸਕੈਡਿਊਲ ਦੇ ਅਧੀਨ ਇੰਡੀਆ ਦੇ ਜਲ ਸਰੋਤ ਮੰਤਰੀ ਦੀ ਮਤਲਬ ਕਿ ਪ੍ਰਧਾਨਗੀ ਹੇਠ। ਉਦੋਂ ਇਹ ਮੰਨਿਆ ਗਿਆ ਸੀ ਕਿ ਜਿਹੜਾ ਪਾਣੀ ਹੈਗਾ ਦਰਿਆਵਾਂ ਦਾ, ਉਹਦੇ 'ਚ ਜਿਹੜਾ 80% ਹਿੱਸਾ ਹੈਗਾ ਉਹ ਜਾਊਗਾ ਰਾਜਸਥਾਨ ਨੂੰ। ਉਦੋਂ ਹਰਿਆਣਾ ਤਾਂ ਹੈ ਹੀ ਨਹੀਂ ਸੀਗਾ। ਉਸ ਤੋਂ ਬਾਅਦ ਉਹ ਮੀਟਿੰਗ ਵਿੱਚ ਇਹ ਵੀ ਜ਼ਿਕਰ ਹੋਇਆ ਸੀ ਕਿ ਅਗਲੀ ਮੀਟਿੰਗ ਜਿਹੜੀ ਹੁਣ ਇਸ ਤੋਂ ਬਾਅਦ ਮੀਟਿੰਗ ਹੋਊਗੀ, ਉਹਦੇ ਵਿੱਚ ਆਪਾਂ ਮੁੱਲ ਤੈਅ ਕਰਾਂਗੇ ਵੀ ਕਿੰਨਾ ਮੁੱਲ ਤਾਰਨਾ ਪਊਗਾ ਮਤਲਬ ਕਿ ਰਾਜਸਥਾਨ ਨੂੰ ਪੰਜਾਬ ਦੇ ਪਾਣੀਆਂ ਦਾ। ਅੱਜ 68 ਸਾਲ ਹੋ ਗਏ ਮਨਵੀਰ, 68 ਸਾਲ, 68 years has elapsed। ਉਹ ਸੈਕੰਡ ਮੀਟਿੰਗ ਹੀ ਨਹੀਂ ਹੋਈ ਕਦੀ। ਇਹ 1955 ਦੀ ਗੱਲ ਕਰ ਰਹੇ ਹਾਂ ਜੀ ਤੁਸੀਂ, ਜਦੋਂ ਐਗਰੀਮੈਂਟ ਲਿਖਿਆ ਜਾਂਦਾ। 68 years ਹੋ ਗਏ ਆ, ਉਹ ਸੈਕੰਡ ਮੀਟਿੰਗ ਨਹੀਂ ਹੋਈ ਕਦੀ। ਜਿਹੜੀ ਮਿਨਿਸਟਰੀ ਨੂੰ ਗਜਿੰਦਰ ਸ਼ੇਖਾਵਤ ਹੈਡ ਕਰਦੇ ਨੇ ਹੁਣ ਸੈਂਟਰਲ ਗਵਰਨਮੈਂਟ ਦੇ ਵਿੱਚ। ਉਸ ਤੋਂ ਬਾਅਦ ਇਹ ਕੀ ਸ਼ੋਅ ਕਰਦਾ? ਇਹ ਸ਼ੋਅ ਕਰਦਾ ਇਗਨੋਰੈਂਸ, ਕਿ ਕਦੀ ਤੁਸੀਂ ਇਹ ਇਸ਼ੂ ਬਾਰੇ ਪੜ੍ਹਿਆ ਕਿ ਉਹ ਸਾਡੀ ਸੈਕੰਡ ਮੀਟਿੰਗ ਹੋਈ ਕਿਉਂ ਨਹੀਂ? ਕਿਉਂ ਨਹੀਂ ਸਾਡੀ ਲੀਡਰਸ਼ਿਪ ਨੇ, ਚਾਹੇ ਉਹ ਅਕਾਲੀ ਦਲ ਆ, ਚਾਹੇ ਕਾਂਗਰਸ ਆ, ਚਾਹੇ ਕਿਸਾਨ ਜਥੇਬੰਦੀਆਂ ਨੇ, ਕਿਉਂਕਿ ਕਿਸਾਨ ਜਥੇਬੰਦੀਆਂ ਦਾ ਵਿਸਤਾਰ ਤਾਂ 1990 ਤੋਂ ਬਾਅਦ 'ਚ ਹੋਇਆ ਹੈਗਾ ਵੱਡੇ ਪੱਧਰ 'ਤੇ। ਪਹਿਲੇ ਤਾਂ ਕਿਸੇ ਨਾ ਕਿਸੇ ਰੂਪ ਵਿੱਚ ਰਾਜਨੀਤਿਕ ਪਾਰਟੀਆਂ ਦਾ ਹੀ ਇੱਕ ਕਿਸਾਨ ਵਿੰਗ ਸੀਗੇ। ਇਹਨਾਂ ਨੇ ਆਪਣੀ ਇੰਡੀਪੈਂਡੈਂਸ ਸ਼ੇਪ ਤਾਂ ਅਖਤਿਆਰ ਕੀਤੀ ਆ ਇਨ ਦੇ
ਲੇਟ 1990s ਦੇ ਵਿੱਚ। ਪਰ ਇਹ ਜਿਹੜੀ ਸੈਕੰਡ ਮੀਟਿੰਗ ਦਾ ਮੈਂ ਜ਼ਿਕਰ ਕਰ ਰਿਹਾ, ਇਹ ਕਦੀ ਸਾਡੀ ਕਿਸੇ ਲੀਡਰਸ਼ਿਪ ਨੇ ਉਠਾਈ ਹੈ ਗੱਲ? ਕਿੰਨੀਆਂ ਭਾਈਵਾਲਾ ਸਰਕਾਰਾਂ ਰਹੀਆਂ ਸੈਂਟਰ ਦੇ ਵਿੱਚ, ਉਹਨਾਂ ਦੀਆਂ ਹੀ ਸਰਕਾਰਾਂ ਸੂਬੇ 'ਚ ਰਹੀਆਂ ਨੇ, ਪਰ ਇਹ ਗੱਲ ਕਦੀ ਉਠਾਈ ਨਹੀਂ। ਨਾ ਮੈਂ ਕਦੀ ਕਿਸੇ ਕਿਸਾਨ ਲੀਡਰਸ ਦੇ ਮੂੰਹ ਤੋਂ ਇਹ ਗੱਲ ਸੁਣੀ ਹੈ ਕਿ ਜਿਹੜਾ ਇਹ ਸਾਡਾ ਮੁੱਲ ਆ, ਜਿਹੜਾ ਕਿ 68 ਸਾਲ ਦਾ ਅਸੀਂ ਸੈਕੰਡ ਮੀਟਿੰਗ ਦੀ ਵੇਟ ਕਰ ਰਹੇ ਹਾਂ, ਉਹ ਗੱਲ ਹੋਈ ਕਿਉਂ ਨਹੀਂ ਕਦੀ? ਜੀ ਗਿੱਲ ਸਾਹਿਬ, ਇੱਕ ਨਾਲ ਹੋਰ ਵੀ ਕਨਸਟੀਟਿਊਸ਼ਨਲ ਇਸ਼ੂ ਸੀਗਾ ਉਹ, ਕਿਉਂਕਿ ਜਿਹੜਾ ਪਾਣੀਆਂ ਦਾ ਅਖਤਿਆਰ ਆ, ਅਕੋਰਡਿੰਗ ਟੂ ਇੰਡੀਅਨ ਕਨਸਟੀਟਿਊਸ਼ਨ ਵੀ ਇਹ ਲਿਖਿਆ ਹੋਇਆ ਕਿ ਇਹ ਸਾਰਾ ਸੂਬੇ ਦਾ ਅਖਤਿਆਰ ਆ। ਹੁਣ ਜਦੋਂ ਹੜ੍ਹ ਆਏ ਆ ਪੰਜਾਬ 'ਚ, ਜਿਹੜੀ ਐਡੀ ਵੱਡੀ ਤਰਾਸਦੀ ਹੋਈ ਹੈਗੀ ਆ, ਉਹ ਹੜ੍ਹ ਤਾਂ ਆਏ ਆ ਕਿ ਸਾਡੇ ਤਾਂ ਨਹੀਂ ਇੱਥੋਂ ਪਾਣੀ ਆਇਆ, ਪਾਣੀ ਤਾਂ ਹਿਮਾਚਲ 'ਚੋਂ ਆਇਆ ਨਾ, ਤੇ ਅਸੀਂ ਇਹਦਾ ਮਤਲਬ ਕਿ ਰਿਪੇਰੀਅਨ ਜਿਹੜਾ ਕਾਨੂੰਨ ਆ ਉਹਦੇ ਅਧੀਨ ਇਹ ਦਰਿਆ ਸਾਡੇ 'ਚੋਂ ਲੰਘਦੇ ਨੇ ਪੰਜਾਬ 'ਚੋਂ, ਇਸ ਲਈ ਅਸੀਂ ਉਹਦਾ ਨੁਕਸਾਨ ਵੀ ਝੱਲਿਆ। ਇਹਦਾ ਨੁਕਸਾਨ ਰਾਜਸਥਾਨ ਨੇ ਤਾਂ ਝੱਲਿਆ ਨਹੀਂਗਾ, ਨਾ ਇਹਦਾ ਨੁਕਸਾਨ ਕੋਈ ਏਡੇ ਲੈਵਲ ਤੇ ਹਰਿਆਣੇ ਨੇ ਝੱਲਿਆ ਤੇ ਨਾ ਦਿੱਲੀ ਨੇ ਝੱਲਿਆ। ਦਿੱਲੀ ਤੁਸੀਂ ਦੇਖ ਲਓ ਕਿ 20 ਮੇਰੇ ਖਿਆਲ 14 ਤੋਂ ਬਾਅਦ 2019 'ਚ ਉਹਨਾਂ ਨੇ ਟੈਕਟੀਕਲੀ ਫੈਸਲਾ ਕਰ ਰਿਹਾ ਸੀ ਅਰਵਿੰਦ ਕੇਜਰੀਵਾਲ ਨੇ ਕਿ ਅਸੀਂ ਜਿੰਨਾ ਪਾਣੀ ਲੈ ਰਹੇ ਹਾਂ ਹਿਮਾਚਲ ਤੋਂ, ਅਸੀਂ ਉਹਦਾ ਮੁੱਲ ਦੇਵਾਂਗੇ, ਤੇ ਉਹ ਮੁੱਲ ਦੇ ਵੀ ਰਹੇ ਆ। ਇਟ ਰਨਸ ਇਨਟੂ several thousand crores, ਤੇ ਉਹਦੇ ਮੁਆਵਜ਼ੇ ਵਜੋਂ ਇੱਕ ਉਹਨਾਂ ਨੂੰ ਬਹੁਤ ਕੀਮਤੀ ਬੇਸ਼ੁਮਾਰ ਕੀਮਤੀ ਜਿਹੜੀ ਜ਼ਮੀਨ ਦਾ ਪਲਾਟ ਦਿੱਤਾ ਗਿਆ, ਉਹਨਾਂ ਨੂੰ ਬਿਲਡਿੰਗ ਦਿੱਤੀ ਗਈ ਹੈ ਹਿਮਾਚਲ ਪ੍ਰਦੇਸ਼ ਗਵਰਨਮੈਂਟ। ਆਪਣੇ ਕੋਲ ਇੰਨਾ ਪਾਣੀ ਜਾ ਰਿਹਾ, ਇਹ ਵੀ ਤਾਂ ਆਪਣੀ ਕਿਸਾਨੀ ਨਾਲ ਜੁੜਿਆ ਹੋਇਆ ਇਸ਼ੂ ਹੈ ਨਾ, ਮੇਜਰ ਇਸ਼ੂ ਆ ਮੇਰੇ ਖਿਆਲ ਨਾਲ ਤਾਂ ਇਹ, ਕਿਉਂਕਿ ਆਪਣੇ ਕੋਲ ਲੈ ਕੇ ਹੈ ਕੀ ਆ, ਪਾਣੀ ਹੈ ਨਾ। ਹੁਣ ਆਪਾਂ ਪਾਣੀ ਦਾ ਹੱਕ ਇਦੋਂ ਵੱਡਾ ਹੋਰ ਆਪਾਂ ਕੀ ਜਿਤਾ ਸਕਦੇ ਹਾਂ ਕਿ ਇਹ ਪਾਣੀ ਜਿੰਨਾ ਵੀ ਵਹਿ ਕੇ ਆਇਆ ਉਹ ਸਾਡੇ ਇੱਥੇ ਆਇਆ ਨਾ ਪੰਜਾਬ 'ਚ। ਪੰਜਾਬ ਦੇ ਵਿੱਚ ਇੱਕ ਚੀਜ਼ ਜਿਹੜੀ ਹੋਰ ਬਹੁਤ ਚਰਚਿਤ ਹੈ ਸਰ, ਉਹ ਹੈਗੀ ਹੈ ਗਵਰਨਰ ਪੰਜਾਬ ਤੇ ਮੁੱਖ ਮੰਤਰੀ ਪੰਜਾਬ ਦਾ ਆਪਸ ਦੇ ਵਿੱਚ ਜਿਹੜਾ ਪਹਿਲਾ ਲੈਟਰਸ ਦਾ ਐਕਸਚੇਂਜ, ਉਸ ਤੋਂ ਬਾਅਦ ਹੁਣ ਕੱਲ ਹੀ ਜਿਹੜਾ ਇੱਕ ਲੈਟਰ ਗਵਰਨਰ ਸਾਹਿਬ ਵੱਲੋਂ ਸੀਐਮ ਪੰਜਾਬ ਨੂੰ ਲਿਖਿਆ, ਜਿਹਦਾ ਜਵਾਬ ਪੰਜਾਬ ਸੀਐਮ ਨੇ ਹੁਣੇ ਦਿੱਤਾ ਜਦੋਂ ਆਪਾਂ ਰਿਕਾਰਡ ਕਰ ਰਹੇ ਹੈਗੇ ਆ। ਉਹਨਾਂ ਨੇ ਕਿਹਾ ਕਿ ਮੈਂ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਆ, ਮੈਨੂੰ ਰਾਸ਼ਟਰਪਤੀ ਰਾਜ ਦੀਆਂ ਪੰਜਾਬੀਆਂ ਨੂੰ ਸਾਨੂੰ ਇਹ ਗੱਲਾਂ ਨਾ ਕਹੋ। ਇਹਨੂੰ ਵੀ ਨਾਲ ਲੈ ਕੇ ਚੱਲਣਾ ਚਾਹੀਦਾ, ਕਿਉਂਕਿ ਸਿਆਸਤ ਮਿਸਿੰਗ ਹੈ ਸਰ, ਪੋਲਿਟਿਕਸ ਮਿਸਿੰਗ ਹੈ। ਸ਼੍ਰੋਮਣੀ ਅਕਾਲੀ ਦਲ ਆਪਣੇ ਸਟੰਟ ਕਰ ਰਿਹਾ, ਕਾਂਗਰਸ ਆਪਣੇ ਕਰ ਰਹੀ ਹੈ, ਤੇ ਕਿਸਾਨ ਅੰਦੋਲਨ ਜਿਹੜੇ ਕਿਸਾਨ ਜਥੇਬੰਦੀਆਂ ਨੂੰ ਆਪਣਾ ਲੱਗੀਆਂ ਨੇ, ਤੇ ਗਵਰਨਰ ਸਾਹਿਬ ਆਪਣਾ ਲੱਗੇ ਹੋਏ ਨੇ। ਕਿਵੇਂ ਕਹਿਣਾ ਚਾਹੋਗੇ ਇਹਦੇ ਤੇ? ਇਹ ਜਿਹੜਾ ਇਹਨਾਂ ਦਾ ਵਾਦ ਵਿਵਾਦ ਹੈ ਨਾ, ਤੱਕ ਸਕੂਲੀ ਬੱਚਿਆਂ ਦਾ ਜਿਹੜਾ ਆਪਸ ਝਗੜੇ ਹੁੰਦੇ ਨੇ ਉਸ ਲੈਵਲ ਤੇ ਆ ਗਿਆ ਹੈਗਾ। ਇਟ ਹੈਜ਼ ਕਮ ਡਾਊਨ ਟੂ ਦੈਟ ਲੈਵਲ ਕਿ ਟੀਨਏਜ ਈਅਰਸ ਦੀ ਵੀ ਜਿਹੜੀ ਸਿਆਣਪ ਹੁੰਦੀ ਉਹਨੂੰ ਵੀ ਮੈਚ ਨਹੀਂ ਕਰ ਰਿਹਾ। ਮਤਲਬ ਕਿ ਦੂਸਰੀਆਂ ਪਾਰਟੀਆਂ ਦਾ ਪਹਿਲੇ ਮੈਂ ਜ਼ਿਕਰ ਕਰਦਾ, ਚਾਹੇ ਅਕਾਲੀ ਦਲ, ਚਾਹੇ ਕਾਂਗਰਸ ਹੈ, ਚਾਹੇ ਭਾਰਤੀ ਜਨਤਾ ਪਾਰਟੀ ਜਿਹੜੀ ਪੰਜਾਬ 'ਚ ਵਿੰਗ ਆ, ਇਹਨਾਂ ਦਾ ਮਾੜਾ ਜਿਹਾ ਵੀ ਕੋਈ ਇਸ਼ੂ ਹੁੰਦਾ, ਰੈਦਰ ਕਿ ਉਹਨੂੰ ਕਿਤੇ ਆਪਸ 'ਚ ਜਾਂ ਜਨ ਸਭਾ ਵਿੱਚ ਡਿਸਕਸ ਕੀਤਾ ਜਾਵੇ, ਉਹਨੂੰ ਇੱਕ ਸ਼ਿਕਾਇਤ ਦਾ ਰੂਪ ਦੇ ਕੇ ਉਹ ਸਿੱਧਾ ਗਵਰਨਰ ਹਾਊਸ ਚਲੇ ਜਾਂਦੇ ਆ। ਮਤਲਬ ਕਿ ਹੁਣ ਇਹ ਕੋਈ ਹੈਗਾ ਵੀ ਪ੍ਰਿੰਸੀਪਲ ਦੀ ਸ਼ਿਕਾਇਤ ਕਰਨੀ, ਬੱਚਿਆਂ ਨੇ ਇੱਕ ਦੂਜੇ ਬੱਚੇ ਦੀ ਸ਼ਿਕਾਇਤ ਕਰਨ ਲਈ ਤੁਸੀਂ ਰੋਜ਼ ਪ੍ਰਿੰਸੀਪਲ ਦੇ ਆਫਿਸ 'ਚ ਖੜੇ ਹੋ। ਇਸੇ ਤਰ੍ਹਾਂ ਜਿਹੜਾ ਲੈਵਲ ਹੁਣ ਗਵਰਨਰ ਦਾ ਆਇਆ ਚਿੱਠੀ ਵਿੱਚ, ਮੇਰਾ ਖਿਆਲ ਇਹ ਉਹਨਾਂ ਦਾ ਜਿਹੜਾ ਰੁਤਬਾ ਹੈਗਾ ਉਹਦੇ ਮਿਆਰ ਦੀ ਗੱਲ ਨਹੀਂ ਹੈਗੀ ਇਹ ਵੀ ਤੁਸੀਂ ਇੱਥੇ ਲਵਾ ਦੋਗੇ ਰਾਸ਼ਟਰਪਤੀ ਰਾਜ। ਤੁਸੀਂ ਰਾਸ਼ਟਰਪਤੀ ਰਾਜ ਦੀ ਸਿਫਾਰਿਸ਼ ਜਿਹੜੀ ਹੈ ਮਨੀਪੁਰ ਤੱਕ ਕੀਤੀ ਨਹੀਂ ਕਿਸੇ ਨੇ, ਜਿੱਥੇ ਕਿ ਟੋਟਲ ਕਲੈਪਸ ਹੋ ਚੁੱਕੀ ਹੈ ਗਵਰਨਮੈਂਟ। ਤੁਸੀਂ ਇਸ ਤਰ੍ਹਾਂ ਦੇ ਇਸ਼ੂਜ਼ ਨੂੰ ਟ੍ਰੀਵੀਅਲ ਕਰਕੇ ਕਿ ਜਦੋਂ ਵੀ ਮਾੜਾ ਜਿਹਾ ਕੋਈ ਗੱਲ ਹੁੰਦੀ ਹੈ ਤਾਂ ਅਕਾਲੀ ਦਲ ਦੇ ਸੁਪਰੀਮੋ ਜਿਹੜੇ ਨੇ ਉਹ ਜਦੇ ਜਾ ਕੇ ਗਵਰਨਰ ਦੇ ਦਰ ਤੇ ਜਾ ਖੜਦੇ ਨੇ। ਇਸੇ ਤਰ੍ਹਾਂ ਜਿਹੜੀ ਕਾਂਗਰਸ ਪਾਰਟੀ ਆ, ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ, ਜਦ ਕਿ ਉਹ ਜਨ ਸਭਾ ਦੇ ਇਸ਼ੂਜ਼ ਨੇ। ਜੇ ਗਵਰਨਮੈਂਟ ਫੇਲ ਹੋ ਰਹੀ ਹੈ, ਜਿਵੇਂ ਹੁਣ ਇਹਨਾਂ ਨੇ ਜਿਸ ਤਰ੍ਹਾਂ ਦੀ ਏਡ ਤੇ ਸਹਾਇਤਾ ਦੇਣੀ ਸੀਗੀ ਪੰਜਾਬ ਸਰਕਾਰ ਨੇ ਅੰਡਰ ਦੀ ਕਮਾਂਡ ਆਫ ਸੀਐਮ ਭਗਵੰਤ ਮਾਨ, ਉਹਦੇ ਵਿੱਚ ਇਹ ਅਸਫਲ ਰਹੇ ਨੇ ਟੋਟਲੀ। ਮਤਲਬ ਕਿ ਮਿਸਿੰਗ ਇਨ ਐਕਸ਼ਨ ਹੈਗੇ। ਹਾਂ, ਫੋਟੋ ਐਪਸ ਖਿਚਾਉਣ ਦੇ ਲਈ ਇਹ ਜ਼ਰੂਰ ਗੇੜਾ ਮਾਰਦੇ ਨੇ ਹੜ੍ਹਾਂ ਦਾ। ਉੱਥੇ ਸੀਐਮ ਵੀ ਆਪਣੀ ਜੈਕਟ ਜੀ, ਫਲੈਕ ਜੈਕਟ ਪਾ ਕੇ ਉਹ ਵੀ ਦਿਖਾਉਂਦੇ ਆ ਜੀ ਕਿਸ ਤਰ੍ਹਾਂ ਪਾਣੀਆਂ 'ਚ ਫਿਰਦਾ। ਹੁਣ ਤੱਕ ਦੱਸੋ ਕਿਹੜੇ ਪੰਜਾਬ ਦੇ ਚੀਫ ਮਿਨਿਸਟਰ ਦੇ ਪੈਰ ਲਿਬੜੇ ਸੀਗੇ? ਤੁਸੀਂ ਮੇਰੇ ਪੈਰ ਦੇਖੋ ਲਿਬੜੇ ਹੋਏ ਆ। ਇਹ ਕੀ ਲੈਵਲ ਹੈਗਾ ਪੋਲਿਟਿਕਸ ਦਾ? ਦਿਸ ਹੈਜ਼ ਕਮ ਟੂ ਦਾ ਸਟੀਪੈਸਟ ਲੋਐਸਟ ਲੈਵਲ। ਇਹ ਪੋਲਿਟਿਕਸ ਦੇ ਵਿੱਚ ਚੱਲ ਰਿਹਾ ਪੰਜਾਬ 'ਚ। ਠੀਕ ਆ, ਸੈਂਟਰਲ ਦੇ ਵਿੱਚ ਵੀ ਇਸ਼ੂਜ਼ ਹੈਗੇ ਨੇ, ਪਰ ਜਿਹੜੇ ਇਸ਼ੂਜ਼ ਮੈਂ ਹੁਣ ਉਠਾਏ ਨੇ ਕਿ 68 ਸਾਲ ਹੋ ਗਿਆ ਸੈਕੰਡ ਮੀਟਿੰਗ ਹੋਈ ਨਹੀਂ, ਇਹਨਾਂ ਨੂੰ ਇਸ ਪੋਲੀਟੀਕਲ ਲੀਡਰਸ਼ਿਪ ਨੂੰ ਇੰਨੀ ਕੁ ਤਾਂ ਸਮਝ ਹੋਣੀ ਚਾਹੀਦੀ ਹੈ ਨਾ। ਹੁਣ ਸਾਡੀ ਜਿਹੜੀ ਲੀਡਰਸ਼ਿਪ ਹੈਗੀ ਇਹਨੇ ਸਾਡੀ ਤਸਵੀਰ ਲਿਖਣੀ ਹੈ ਨਾ।
ਜਦ ਇਹੀ ਤਸਵੀਰ ਇਹਨਾਂ ਦੀ ਗਵਾਚੀ ਹੋਈ ਹੈ ਵੀ ਬੱਚਿਆਂ ਵਾਂਗੂ ਰੋਜ਼ ਦਿਹਾੜੀ ਸ਼ਿਕਾਇਤ ਲੈ ਕੇ ਗਵਰਨਰ ਦੇ ਘਰੇ ਚਲ ਜਾਂਦੇ। ਗਵਰਨਰ ਤੇ ਚੀਫ ਮਿਨਿਸਟਰ ਵੀ ਇੱਕ ਦੂਜੇ ਨਾਲ ਇਸ ਤਰ੍ਹਾਂ, ਇੱਕ ਪਾਸੇ ਟਵੀਟ ਹੁੰਦੀ ਹੈਗੀ ਆ, ਦੂਜੇ ਪਾਸੇ ਚਿੱਠੀ ਲਿਖੀ ਜਾਂਦੀ ਆ। ਤੇ ਕਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਵੀ ਜੀ ਲਵ ਲੈਟਰਸ ਨੇ, ਉਹ ਆ ਹੈਗਾ। ਇਹ ਡਜ਼ ਇਟ ਬਿਹੋਵ ਆਫ ਅ ਚੀਫ ਮਿਨਿਸਟਰ ਟੂ ਸਪੀਕ ਐਟ ਦੈਟ ਲੈਵਲ? ਸਰ ਸੀਐਮ ਵੱਲੋਂ ਵੀ ਜਵਾਬ ਨਹੀਂ ਦਿੱਤਾ ਜਾ ਰਿਹਾ ਨਾ, ਜੋ ਕਨਸਟੀਟਿਊਸ਼ਨਲ ਅਧਿਕਾਰ ਬਣਦਾ ਹੈ ਗਵਰਨਰ ਦਾ, ਉਹਨਾਂ ਨੂੰ ਹਰ ਚੀਜ਼ ਦਾ ਜਵਾਬ ਦੇ ਦਿੱਤਾ ਜਾਵੇ। ਔਰ ਨਾਲ ਹੀ ਸਰ ਇਹ ਪ੍ਰੋਕਸੀ ਵਾਰ ਦੇ ਵਿੱਚੋਂ ਹੋ ਸਕਦਾ ਹੈ ਕਿ ਕਿਸੇ ਪਾਰਟੀ ਨੂੰ ਫਾਇਦਾ ਹੋਵੇ, ਅਗਰ ਹੁੰਦਾ ਤਾਂ ਲੈ ਲਓ, ਪਰ ਪੰਜਾਬ ਦਾ ਨੁਕਸਾਨ ਨਾ ਕਰਵਾਇਓ। ਸਰ ਕਿਵੇਂ ਕਹੋਗੇ? ਮੈਂ ਇਹੀ ਕਹਿ ਰਿਹਾ ਨਾ ਕਿ ਦੋਨੋਂ ਸਾਈਡਸ ਹੀ ਇਕੁਅਲੀ ਰਿਸਪੌਂਸਿਬਲ ਨੇ, ਪਰ ਚੀਫ ਮਿਨਿਸਟਰ ਭਗਵੰਤ ਮਾਨ ਦੀ ਜ਼ਿੰਮੇਵਾਰੀ ਵੱਡੀ ਹੈ ਵੀ ਜੇ ਤੁਸੀਂ ਉਹਨਾਂ ਨੂੰ ਬਰੀਫ ਕਰ ਵੀ ਦਿਓਗੇ ਜਾਂ ਤੁਹਾਡਾ ਕੋਈ ਆਫੀਸਰ ਜਾ ਕੇ ਬਰੀਫ ਕਰ ਵੀ ਆਊਗਾ ਗਵਰਨਰ ਨੂੰ, ਤੁਸੀਂ ਉਹ ਤਾਂ ਕੇਜਰੀਵਾਲ ਦੇ ਲਈ ਰੋਜ਼ ਦਿਹਾੜੀ ਹੈਲੀਕਾਪਟਰ ਪੰਜਾਬ ਦਾ ਵਰਤ ਰਹੇ ਆ, ਤੇ ਤੁਹਾਡੇ ਤੋਂ 2 ਕਦਮਾਂ ਤੇ ਗਵਰਨਰ ਦਾ ਘਰ ਹੈਗਾ, ਰੈਜ਼ੀਡੈਂਸ ਆਫਿਸ ਆ, ਉੱਥੇ ਜਾ ਕੇ ਤੁਸੀਂ ਕਿਉਂ ਨਹੀਂ ਉਹਨਾਂ ਨਾਲ ਕੋਆਰਡੀਅਲ ਰਿਲੇਸ਼ਨਸ਼ਿਪ ਬਣਾਉਂਦੇ? ਉਹ ਤੁਸੀਂ ਹਰ ਇੱਕ ਮਾੜੀ ਜੀ ਗੱਲ ਤੇ ਫਿਰ ਸੈਂਟਰ ਅੱਗੇ ਡਿਮਾਂਡ ਰੱਖ ਦਿੰਦੇ ਆ ਕਿ ਜੀ ਸੈਂਟਰ ਸਾਡੀ ਕਰ ਨਹੀਂ ਰਿਹਾ, ਮਦਦ ਨਹੀਂ ਕਰ ਰਿਹਾ। ਤੁਸੀਂ ਜਿਹੜੇ ਸੈਂਟਰ ਦੇ ਨੁਮਾਇੰਦੇ ਇੱਥੇ ਬੈਠੇ ਆ, ਉਹਨਾਂ ਨਾਲ ਤੁਸੀਂ ਬੇਲੋੜਾ ਵਾਦ ਵਿਵਾਦ ਖੜਾ ਕੀਤਾ ਹੋਇਆ। ਮਤਲਬ ਕਿ ਇਹਦੇ ਨਾਲ ਇਹ ਹੈਗਾ ਕਿ ਜਿਹੜੇ ਹੋਰ ਕ੍ਰਿਟੀਕਲ ਇਸ਼ੂਜ਼ ਨੇ ਪੰਜਾਬ ਨੂੰ, ਤੁਸੀਂ ਦੇਖੋ ਇਹਨਾਂ ਨੇ ਸਕੂਲ ਆਫ ਐਮੀਨੈਂਸ ਦਾ ਕਿੱਡਾ ਰੌਲਾ ਪਾਇਆ ਹੈ ਨਾ। ਉਹ ਜਿਹੜੇ ਹੁਣ ਸਟਰਕਚਰ ਸਾਹਮਣੇ ਆ ਰਹੇ ਜਿਨ੍ਹਾਂ ਨੂੰ ਕਨਵਰਟ ਕੀਤਾ ਹੈਗਾ, ਉਹਦੇ 'ਚੋਂ 250 ਸਕੂਲ ਪਲੱਸ ਜਿਹੜੇ ਹੈਗੇ ਉਹ ਸਟਰਕਚਰਲੀ ਡੈਮੇਜਡ ਹੈ। ਉਹ ਬਿਲਡਿੰਗਸ ਜਿਹੜੀਆਂ ਨੇ ਉਹ ਵਰਤੀਆਂ ਹੀ ਨਹੀਂ ਜਾਣੀਆਂ ਚਾਹੀਦੀਆਂ ਸਕੂਲਿੰਗ ਦੇ ਲਈ, ਕਿਉਂਕਿ ਉਹ ਇੰਨੀ ਖਸਤਾ ਹਾਲਤ ਵਿੱਚ ਨੇ। ਹੁਣ ਜਿਹੜੇ 250 ਸਕੂਲ ਆ ਉਹਨਾਂ ਵਿੱਚੋਂ 192 ਤਾਂ ਐਲੀਮੈਂਟਰੀ ਸਕੂਲਸ ਨੇ, ਤੇ 55 ਪਲੱਸ ਹੈਗੇ ਆ ਜਿਹੜੇ ਸੈਕੰਡਰੀ ਤੇ ਹਾਇਰ ਸੈਕੰਡਰੀ ਸਟੱਡੀਜ਼ ਦੇ ਸਕੂਲਸ ਨੇ। ਜਦ ਉੱਥੇ ਇਨਫਰਾਸਟ੍ਰਕਚਰ ਕਹਿ ਪਤਾ ਕੀ ਰਹੀ ਹੈ ਪੰਜਾਬ ਸਰਕਾਰ, ਕਿ ਜਿਹੜੇ ਪ੍ਰਿੰਸੀਪਲਸ ਨੇ ਉਹ ਅਸੈਸ ਕਰਨ ਡੈਮੇਜ ਦਾ। ਤੁਸੀਂ ਦੱਸੋ ਇਹ ਪ੍ਰਿੰਸੀਪਲਸ ਨੇ ਉੱਥੇ ਪੜ੍ਹਾਈ ਲਈ ਲੱਗੇ ਹੋਏ ਆ ਕਿ ਉਹ ਕੰਸਟਰਕਸ਼ਨ ਦੇ ਮਾਹਰ ਨੇ, ਕਿ ਉਹ ਕੰਧਾਂ ਚੈੱਕ ਕਰਦੇ ਫਿਰਨ ਕਿ ਇਹਦਾ ਸੀਮੈਂਟ ਖੁਰ ਰਿਹਾ ਜਾਂ ਸਾਡੀ ਛੱਤ ਜਿਹੜੀ ਉਹ ਡਿੱਗਣ ਵਾਲੀ ਹੈ ਜਾਂ ਨਹੀਂ ਡਿੱਗਣ ਵਾਲੀ? ਮਤਲਬ ਆਹ ਲੈਵਲ ਹੈਗਾ ਇਸ ਟਾਈਮ ਤੇ ਪੰਜਾਬ ਦੀ ਗਵਰਨੈਂਸ ਦਾ, ਕਿ ਜਿਹੜੀ ਟੋਟਲੀ ਆਪਣਾ ਕੰਟੈਂਟ ਲੂਜ਼ ਕਰ ਚੁੱਕੀ। ਤੁਸੀਂ ਕੱਲ ਦੇਖਿਆ ਹੋਣਾ ਹੈਲਥ ਮਿਨਿਸਟਰ ਦੂਸਰੇ ਮਿਨਿਸਟਰਾਂ ਦੇ ਘਰੇ ਜਾ ਕੇ ਲਾਰਵੀ ਚੈੱਕ ਕਰ ਰਿਹਾ ਹੈਗਾ ਫॉर ਡੇਂਗੂ। ਤੁਸੀਂ ਇੰਨੇ ਵਿਹਲੇ ਹੈਗੇ ਆ ਕਿ ਤੁਸੀਂ ਆਹ ਇਸ ਤਰ੍ਹਾਂ ਦੇ ਟ੍ਰਿਵੀਅਲ ਇਸ਼ੂਜ਼ ਤੇ ਉਤਰੇ, ਆਪਣੇ ਫੈਲੋ ਕਲੀਗਸ ਤੇ ਜਾ ਕੇ ਘਰਾਂ 'ਚ ਜਾ ਕੇ ਦਿਖਾ ਰਹੇ ਆ, ਨਾਲ ਮੀਡੀਆ ਦੀ ਟੀਮ ਲੈ ਕੇ। ਜਾਂ ਤਾਂ ਹੀ ਤਾਂ ਕਹਿੰਦੇ ਨੇ ਕਿ ਜਿਹੜਾ ਉਹ ਚੰਦਰਯਾਨ ਯਾਨ, ਉਹਨੂੰ ਜਾਣ ਨੂੰ ਤਾਂ ਲੱਗੇ ਹੈਗੇ ਆ 671 ਕਰੋੜ ਰੁਪਇਆ। ਇੱਥੇ ਇਹਨਾਂ ਨੇ ਆਪਣੀ ਸੈਲਫ ਇਹ ਗ੍ਰੈਂਡਾਈਜ਼ਮੈਂਟ ਬਾਰੇ ਆਪਣੇ ਆਪ ਨੂੰ ਸੈਲਫਲੀ ਪ੍ਰਮੋਟ ਕਰਨ ਦੇ ਲਈ ਇਹਨਾਂ ਨੇ 700 ਕਰੋੜ ਪਲੱਸ ਹੁਣ ਤੱਕ ਸਰਕਾਰ ਇਹ ਲਾ ਚੁੱਕੀ ਹੈ। ਤੁਸੀਂ ਹਾਊ ਕੈਨ ਯੂ ਇਮੈਜਿਨ ਕਿ ਇਸ ਲੈਵਲ ਦੀ ਗਵਰਨੈਂਸ ਹੈ ਪੰਜਾਬ ਵਿੱਚ, ਤੇ ਲੋਕੀ ਇਸ ਚੀਜ਼ ਨੂੰ ਮੰਨ ਰਹੇ ਨੇ ਵੀ ਹਾਂ ਨਹੀਂ ਜੀ ਬੰਦਾ ਭਾਵੇਂ ਕੁਛ ਵੀ ਆ, ਬੰਦਾ ਇਮਾਨਦਾਰ। ਅਸੀਂ ਕਿਸੇ ਦੀ ਇਮਾਨਦਾਰੀ ਜਾਂ ਨਾ ਇਮਾਨਦਾਰੀ ਦੇ ਸਰਟੀਫਿਕੇਟ ਥੋੜ੍ਹਾ ਦੇਣੇ, ਆਪਾਂ ਤਾਂ ਇਹ ਦੇਖਣਾ ਕਿ ਲੈਵਲ ਆਫ ਗਵਰਨੈਂਸ ਕੀ ਹੈਗਾ, ਤੇ ਇਹ ਸਕਸੈਸਿਵ ਗਵਰਨਮੈਂਟ ਵਿੱਚ ਹੀ ਹੁੰਦਾ ਹੈ। ਅੱਜ ਮੈਂ ਸਵੇਰੇ ਪੜ੍ਹ ਰਿਹਾ ਸੀਗਾ ਕਿ ਤਾਮਿਲਨਾਡੂ ਦੇ ਵਿੱਚ ਇੱਕ ਨਵੀਂ ਸਕੀਮ ਚੱਲੀ ਹੈਗੀ ਆ, ਉਹ ਤੁਸੀਂ ਦੇਖਿਓ ਥੋੜ੍ਹੇ ਦਿਨਾਂ 'ਚ ਪੰਜਾਬ 'ਚ ਵੀ ਲਾਗੂ ਹੋ ਜੂਗੀ, ਨਹੀਂ ਤਾਂ ਉਹਨੂੰ ਪੋਲੀਟੀਕਲ ਚੈਰਿਟੀ ਵਜੋਂ ਲਾਗੂ ਕਰ ਦਿੱਤਾ ਜਾਊਗਾ। ਕਿ ਹੁਣ ਉਹਨਾਂ ਨੇ ਆਪਣੇ 31,000 ਜਿਹੜੇ ਸਰਕਾਰੀ ਸਕੂਲ ਆ ਉਹਦੇ ਬੱਚਿਆਂ ਨੂੰ ਫ੍ਰੀ ਬ੍ਰੇਕਫਾਸਟ ਵੀ ਦੇਣਾ ਸ਼ੁਰੂ ਕਰਤਾ। ਹੁਣ ਬੱਚੇ ਉੱਥੇ ਪੜ੍ਹਨ ਜਾਂਦੇ ਆ ਕਿ ਰੋਟੀ ਖਾਣ ਜਾਂਦੇ ਆ, ਜਾਂ ਸਰਕਾਰ ਦਾ ਇਹ ਫਰਜ਼ ਆ ਵੀ ਉਹਨਾਂ ਨੂੰ ਰੋਟੀ ਖਵਾਉਣੀ ਆ ਤਾਂ ਹੀ ਪੜ੍ਹਾਇਆ ਜਾ ਸਕੂਗਾ। ਜਿਹੜੀ ਮਿਡ ਡੇ ਸਕੀਮ ਹੈਗੀ ਆ, ਤੁਸੀਂ ਦੇਖ ਲਓ ਕਿੰਨੀ ਮਤਲਬ ਕਿ ਕਿਸ ਤਰ੍ਹਾਂ ਦੀ ਇੱਕ ਫੇਲੀਅਰ ਸਕੀਮ ਆ, ਕਿ ਜਿਹੜੀਆਂ ਟੀਚਰਸ ਨੇ ਸਕੂਲ ਦੇ ਵਿੱਚ ਟੀਚਿੰਗ ਕਰਨੀ ਹੁੰਦੀ ਆ, ਉਹ ਰੈਦਰ ਬਹੁਤੇ ਫਿਕਰਮੰਦ ਨੇ ਕਿ ਅੱਜ ਅਸੀਂ ਮਿਡ ਡੇ ਮੀਲ ਵਿੱਚ ਬਣਾਉਣਾ ਕੀ ਆ, ਜਿਹੜੀ ਇਹਦੀ ਸਪਲਾਈ ਆ ਉਹ ਕਿੱਥੋਂ ਲੈ ਕੇ ਆਉਣੀ ਆ, ਤੇ ਬਹੁਤੀ ਵਾਰੀ ਉਹਨਾਂ ਨੂੰ ਆਪਣੇ ਜੇਬਾਂ 'ਚੋਂ ਦੇਣਾ ਪੈਂਦਾ ਜੀ। ਮਿਡ ਡੇ ਮੀਲ ਦੇ ਨਾਲ ਕਾਫੀ ਐਨਰੋਲਮੈਂਟ ਵਧੀ ਵੀ ਹੈ, ਪਰ ਪ੍ਰੋਬਲਮ ਇਹ ਹੈ ਸਟਾਫਿੰਗ ਦੀ ਕਮੀ ਹੈ। ਉਹੀ ਟੀਚਰਸ ਨੂੰ ਫਿਰ ਖਾਣਾ ਬਣਾਉਣ ਦੇ ਵਿੱਚ ਜ਼ਿਆਦਾ ਸਕੂਲਾਂ ਦੇ ਵਿੱਚ ਇੰਗੇਜ ਕਰ ਦਿੱਤਾ ਜਾਂਦਾ ਹੈ, ਕਿਉਂਕਿ ਬਾਕੀ ਕੁਕਿੰਗ ਸਟਾਫ ਜਿਹੜਾ ਅਵੇਲੇਬਲ ਨਹੀਂ ਹੁੰਦਾ। ਸਰ ਇੱਕ ਚੀਜ਼ ਹੋਰ ਮੈਂ ਬਹੁਤ ਕੁਇਕਲੀ ਤੁਹਾਡੇ ਵੱਲ ਲੈ ਕੇ ਆ ਰਹੀ ਹਾਂ, ਕਿਉਂਕਿ ਕੋਸ਼ਿਸ਼ ਹੈ ਕਿ ਘੱਟ ਸਮੇਂ 'ਚ ਜ਼ਿਆਦਾ ਗੱਲ ਹੋ ਜਾਵੇ। ਸਰ ਸ਼੍ਰੋਮਣੀ ਅਕਾਲੀ ਦਲ ਜਾਂ ਆਪਾਂ ਕਹੀਏ ਪੰਥਕ ਸਫਾ ਦੇ ਵਿੱਚ ਅਗਰ ਆਪਾਂ ਦੇਖੀਏ ਤਾਂ ਹਰਿਆਣਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਲੱਗ ਹੋਣ ਤੋਂ ਬਾਅਦ ਹੁਣ ਉੱਥੇ ਇੱਕ ਵੀਡੀਓ ਵਾਇਰਲ ਹੋਈ ਸੀਗੀ, ਜਿਹਦੇ ਵਿੱਚ ਅੰਦਰ ਮੀਟਿੰਗ ਦੇ ਅੰਦਰ ਇੱਕ ਝਗੜਾ ਹੋ ਰਿਹਾ ਹੈ। ਜਿਹੜੇ ਦਾਦੂਵਾਲ ਨੇ ਔਰ ਦੂਸਰਾ ਪਾਸਾ ਹੈ, ਕਾਫੀ ਇੱਕ ਦੂਜੇ ਨਾਲ ਗਰਮੋ ਗਰਮੀ ਹੋ ਰਹੇ ਨੇ। ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹਦੇ ਵਿੱਚ ਇੰਟਰਵੀਨ ਕਰ ਰਹੇ ਨੇ, ਇੱਕ ਮਿਡਲਮੈਨ ਦੀ ਭੂਮਿਕਾ ਨਿਭਾਉਣਗੇ ਜੀ ਹੁਣ ਜਥੇਦਾਰ ਸਾਹਿਬ।
ਮੈਂ ਉਹੀ ਕਹਿਣਾ ਨਾ ਕਿ ਇਹ ਜਿਹੜੀ ਅਕਾਲੀ ਦਲ ਹੈ ਨਾ, ਇਹ ਆਪਣੀ ਜਿਹੜੀ ਇਹਨਾਂ ਤੋਂ ਜ਼ਮੀਨ ਇਹਨਾਂ ਦੇ ਪੈਰਾਂ ਹੇਠੋਂ ਨਿਕਲ ਚੁੱਕੀ ਆ, ਪਰ ਇਹ ਉਸ ਨੂੰ ਮੰਨਣ ਨੂੰ ਤਿਆਰ ਨਹੀਂ ਗਏ। ਹੁਣ ਇਹਨੂੰ ਜੇ ਆਪਾਂ ਪਹਿਲੇ ਵੀ ਕਹਿ ਰਹੇ ਹਾਂ ਕਿ ਜਿਹੜੀ ਅਕਾਲ ਤਖਤ ਦਾ ਮੁੱਖ ਸੇਵਾਦਾਰ ਦਾ ਰੁਤਬਾ ਹੈਗਾ, ਉਹ ਕੋਈ ਮਿਡਲਮੈਨ ਦਾ ਰੁਤਬਾ ਨਹੀਂ ਹੈਗਾ। ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਸੋਵਰਨ ਸਟੇਟਸ ਜਿਹੜਾ ਅਕਾਲ ਤਖਤ ਆ ਉਹਨੂੰ ਮੇਨਟੇਨ ਕਰਨਾ। ਵੀ ਉਹਨੂੰ ਤਾਂ ਮੇਨਟੇਨ ਕਰ ਨਹੀਂ ਰਹੇ, ਤੇ ਜਿਹੜੇ ਹੋਰ ਦੂਜੀ ਸਟੇਟ ਵਿੱਚ ਜਦੋਂ ਇੰਡੀਪੈਂਡੈਂਟ ਬਾਡੀ ਬਣ ਗਈ ਆ, ਹੁਣ ਉਹ ਕਿਸ ਤਰ੍ਹਾਂ ਰਨ ਕਰਦੇ ਆਪਣੇ ਅਫੇਅਰਸ, ਕਿਸ ਤਰ੍ਹਾਂ ਨਹੀਂ ਕਰਦੇ। ਤੁਸੀਂ ਆਪ ਦਾ ਹਾਊਸ ਦੀਆਂ ਜਿਹੜੀਆਂ SGPC ਦੀਆਂ ਮੀਟਿੰਗ ਸਫਲ ਤਾਂ ਹੁੰਦੀਆਂ ਨਹੀਂ ਆ, ਉਹ ਇਹ ਕਹਿੰਦੇ ਕਿ ਸਾਡੀ ਮਿੰਨੀ ਪਾਰਲੀਮੈਂਟ ਆ, ਪਰ ਪਾਰਲੀਮੈਂਟ ਵਿੱਚ ਕਦੀ ਆਪਾਂ ਸੈਸ਼ਨ ਲੱਗਦਾ ਤਾਂ ਦੇਖਿਆ ਨਹੀਂ ਅੱਜ ਤੱਕ, ਜਦ ਦੀ 102 ਸਾਲ ਦੀ ਹਿਸਟਰੀ ਆ। ਕਿ ਉੱਥੇ ਸੈਸ਼ਨ ਕਿਉਂ ਨਹੀਂ ਲੱਗਦਾ? ਉਹ ਇਸ਼ੂਜ਼ ਉੱਥੇ ਡਿਸਕਸ ਤੇ ਇੱਕ ਦੋ ਵਾਰੀ ਸਾਲ 'ਚ ਮੀਟਿੰਗ ਹੁੰਦੀ ਆ, ਤਾਂ ਉਦੋਂ ਨਹੀਂ ਇੱਕ ਦੂਜੇ ਦੇ ਮਾਈਕ ਬੰਦ ਕਰਦੇ SGPC ਵਾਲੇ, ਉਹ ਠੀਕ ਹੁੰਦਾ? ਤੁਸੀਂ ਮਤਲਬ ਕਿ ਅਗਲਿਆਂ ਨੇ ਇੰਡੀਪੈਂਡੈਂਟ ਬਾਡੀ ਬਣ ਗਈ ਆ, ਹਰਿਆਣੇ ਸਿੱਖਾਂ ਦੀ ਡਿਮਾਂਡ ਸੀਗੀ, ਉਹਨਾਂ ਨੇ ਗਵਰਨਮੈਂਟ ਨੇ ਫੁਲਫਿਲ ਕਰਤੀ, ਹੁਣ ਤੁਹਾਨੂੰ ਅਸੈਪਟ ਕਰਨਾ ਚਾਹੀਦਾ। ਉਹਦੇ ਵਿੱਚ ਤੁਸੀਂ ਇੱਦਾਂ ਦੇ ਛੋਟੇ ਮੈਟਰਸ ਦੇ ਵਿੱਚ ਤੁਸੀਂ ਅਕਾਲ ਤਖਤ ਦੇ ਮੁੱਖ ਸੇਵਾਦਾਰ ਨੂੰ ਵਿੱਚ ਲਿਆ ਰਹੇ ਹੈਗੇ ਆ। ਅੰਡਰ ਹੂਜ਼ ਡਾਇਰੈਕਸ਼ਨ? ਤੇ ਤੁਹਾਡਾ ਕੀ ਖਿਆਲ ਹੈ ਕਿਹਦੇ ਕਰਕੇ ਹੋ ਰਿਹਾ? ਇਹ ਜਿਹੜੀ ਫੈਮਿਲੀ ਦਾ ਓਰੀਐਂਟਡ ਕੰਟਰੋਲ ਹੈ ਨਾ, ਦੇ ਆਰ ਡੈਮੇਜਿੰਗ ਈਚ ਐਂਡ ਐਵਰੀ ਆਸਪੈਕਟ ਆਫ ਸਿੱਖ ਇੰਸਟੀਟਿਊਸ਼ਨਸ, ਚਾਹੇ ਉਹ ਅਕਾਲੀ ਦਲ ਹੈਗਾ ਤੇ ਚਾਹੇ ਉਹ SGPC ਹੈਗੀ ਆ, ਤੇ ਚਾਹੇ SGPC ਵੱਲੋਂ ਚਲਾਏ ਜਾ ਰਹੇ ਅਦਾਰੇ ਹੈਗੇ ਆ। ਤੁਸੀਂ ਦੇਖਦੇ ਆ ਸਵੇਰੇ ਕਿਵੇਂ ਅਤਰ ਫਲੇਲਾਂ ਲਾ ਰਹੇ ਹੁੰਦੇ ਆ, ਮਤਲਬ ਕਿ ਤੁਸੀਂ ਯਾਰ ਇੱਥੇ ਬ੍ਰਾਹਮਣਵਾਦ ਫੈਲਾ ਰਹੇ ਆ। ਮਤਲਬ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਅਤਰ ਫਲੇਲਾਂ ਨਾਲ ਪਵਿੱਤਰ ਕਰ ਰਹੇ। ਮਤਲਬ ਹਾਈਟ ਆਇਆ ਕਿੱਥੋਂ ਤੱਕ, ਮਤਲਬ ਕਿ ਆਪਾਂ ਕਿੰਨਾ ਵਾਧਾ ਵੱਡੇ ਲੈਵਲ ਤੇ ਅਸੀਂ ਰੋਹ ਰੀਤਾਂ 'ਚ ਫਸ ਗਏ ਹੈਗੇ ਆ। ਆਪਾਂ ਰਿਚੁਅਲਸ ਇੰਨਾ ਬੁਰੀ ਤਰ੍ਹਾਂ ਆਪਾਂ ਨੂੰ ਜਕੜਿਆ ਜਾ ਰਿਹਾ, ਤਾਂ ਹੀ ਆਪਣੇ ਕੋਲੇ ਜਿਹੜੇ ਮੇਨ ਇਸ਼ੂਜ਼ ਨੇ, ਆਪਣੇ ਕੋਲੇ ਪਿਛਲੇ 8 ਸਾਲਾਂ ਦਾ ਇਸ਼ੂ ਹੈਗਾ ਜਿਹੜਾ ਕਿ ਬੇਅਦਬੀ ਦਾ ਇਸ਼ੂ ਹੈਗਾ, ਉਹਦੇ ਵੱਲ ਤਾਂ ਕਦੀ ਮੈਂ ਦੇਖਿਆ ਨਹੀਂ। ਕਦੀ ਅਕਾਲ ਤਖਤ ਦਾ ਜਿਹੜਾ ਮੁੱਖ ਸੇਵਾਦਾਰ ਆ ਉਧਰ ਕਿਤੇ ਗਿਆ ਹੋਵੇ, ਜਾਂ ਕਦੀ ਬੁਰਜ ਜਵਾਹਰ ਸਿੰਘ ਵਾਲਾ ਮੱਥਾ ਟੇਕਿਆ ਹੋਵੇ, ਜਾਂ ਉੱਥੋਂ ਦੇ ਲੋਕਾਂ ਨੂੰ ਮਿਲੇ ਹੋਣ, ਕਦੀ ਆਪਣੇ ਲੈਵਲ ਤੇ ਜਾਣਕਾਰੀ ਹਾਸਲ ਕਰਨੀ ਚਾਹਣ, ਜਾਂ ਕਿਸੇ ਤਰ੍ਹਾਂ ਪ੍ਰਸ਼ਾਸਨ ਤੇ ਦਬਾਅ ਬਣਾਇਆ ਜਾਵੇ ਕਿ ਇਹ ਫੈਸਲਾ 3 ਸਰਕਾਰਾਂ ਲੰਘ ਚੱਲੀਆਂ ਨੇ, ਹਜੇ ਕਿਤੇ ਤਰਪੱਤਨ ਉਹ ਲੱਗ ਹੀ ਨਹੀਂ ਰਿਹਾ। ਹਜੇ ਤਾਂ ਲੋਅਰ ਕੋਰਟ 'ਚ ਕੇਸ ਤੁਰਿਆ ਫਿਰਦਾ, ਇੱਕ ਮਤਲਬ ਕਿ ਪੇਸ਼ੀਆਂ ਹੋ ਰਹੀਆਂ ਨੇ, ਉਹ ਪੇਸ਼ੀਆਂ ਵਿੱਚ ਵੀ ਰੁਕਾਵਟਾਂ ਆ ਰਹੀਆਂ ਨੇ, ਕਦੀ ਹਾਈ ਕੋਰਟ ਚਲੇ ਜਾਂਦੇ ਨੇ, ਕਦੀ ਹਾਈ ਕੋਰਟ ਤੋਂ ਕੇਸ ਵਾਪਸ ਆ ਜਾਂਦੇ ਨੇ। ਹੁਣ ਇੱਦਾਂ ਦੇ ਮੈਟਰ ਵਿੱਚ ਜਿਹੜਾ ਕਿ ਇਹਨਾਂ ਦਾ ਮੇਨ ਮੰਤਵ ਹੈਗਾ ਕਿ ਜੇ ਗੁਰੂ ਗ੍ਰੰਥ ਸਾਹਿਬ ਦੀ ਏਡੇ ਵੱਡੇ ਲੈਵਲ ਤੇ ਬੇਅਦਬੀ ਹੋਈ, ਤੇ ਉਸ ਤੋਂ ਬਾਅਦ ਮਾਫੀਨਾਮੇ ਦਾ ਐਪੀਸੋਡ ਜੁੜਿਆ, ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਵੀ ਕਿੰਨਾ ਪੈਸਾ ਖਰਚਿਆ ਗਿਆ SGPC ਵੱਲੋਂ ਉਹ ਜਸਟੀਫਾਈ ਕਰਨ ਲਈ ਮਾਫੀਨਾਮੇ ਨੂੰ, ਤਾਂ ਕਿ ਇੱਕ ਪਰਿਵਾਰ ਨੂੰ ਖੁਸ਼ ਰੱਖ ਸਕਣ। ਤੇ ਹੁਣ ਇਹ ਹਰਿਆਣੇ 'ਚ ਇੰਟਰਫੇਅਰ ਕਰ ਰਹੇ। ਆਈ ਥਿੰਕ ਇਟ ਇਜ਼ ਬਿਯੋਂਡ ਅੰਡਰਸਟੈਂਡਿੰਗ ਆਫ ਇਸ, ਮਤਲਬ ਕਿ ਸਿੰਪਲ ਇੰਡੀਵਿਜੂਅਲ। ਮੈਂ ਤਾਂ ਇਸ ਚੀਜ਼ ਨੂੰ ਅੰਡਰਸਟੈਂਡ ਨਹੀਂ ਕਰ ਰਿਹਾ ਕਿ ਹੋ ਕੀ ਰਿਹਾ ਹੈਗਾ। ਤੁਹਾਡਾ ਪਾਣੀ ਪੁੱਛ ਰਿਹਾ ਹੈਗਾ, ਤੁਹਾਡਾ ਪਾਣੀ ਬਾਰੇ 68 ਸਾਲਾਂ 'ਚ ਕਦੀ ਮੀਟਿੰਗ ਨਹੀਂ ਹੋਈ। ਉਹਦੇ ਬਾਰੇ ਅਕਾਲੀ ਦਲ ਦਾ ਮੈਂ ਤਾਂ ਅੱਜ ਤੱਕ ਕਿਸੇ ਇਹਨਾਂ ਦੇ ਪ੍ਰਧਾਨ ਦਾ, ਕਿਸੇ ਚੀਫ ਮਿਨਿਸਟਰ ਚਾਹੇ 5 ਵਾਰੀ ਰਹੇ ਹੋਣ ਚਾਹੇ 10 ਵਾਰੀ ਰਹੇ ਹੋਣ, ਕਿ ਕਦੀ ਉਹਨਾਂ ਨੇ ਇਹ ਗੱਲ ਉਠਾਈ ਹੋਵੇ। ਆਖਿਰ ਦੇ ਵਿੱਚ ਇੱਕ ਸਵਾਲ ਮੈਂ ਚਾਹੁੰਦੀ ਕਿ ਜ਼ਰੂਰੀ ਆਪਾਂ ਉਹਦੇ ਤੇ ਗੱਲ ਕਰੀਏ, ਉਹ ਹੈ ਬ੍ਰਿਕਸ ਸੰਮੇਲਨ। ਬ੍ਰਿਕਸ ਜਿਹੜਾ 2008 ਦੇ ਵਿੱਚ ਹੋਂਦ ਵਿੱਚ ਆਉਂਦਾ ਹੈ, ਜਿਹਦੇ ਵਿੱਚ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਐਂਡ ਸਾਊਥ ਅਫਰੀਕਾ ਇਹ ਦੇਸ਼ ਨੇ ਆਪਣਾ ਇੱਕ ਗਠਬੰਧਨ ਬਣਾਉਂਦੇ ਹੈਗੇ ਆ, ਔਰ ਫਰਦਰ ਇਹਦੇ ਵਿੱਚ ਹੁਣ ਐਕਸਪੈਂਸ਼ਨ ਹੋਈ ਹੈਗੀ ਹੈ। ਕਿਵੇਂ ਦੇਖਣਾ ਚਾਹੀਦਾ ਜੀ? ਕਿਹੜੇ ਮੇਨ ਪੁਆਇੰਟਸ ਆ ਜਿਹੜੇ ਆਪਾਂ ਬ੍ਰਿਕਸ ਦੇ ਰਿਗਾਰਡਿੰਗ ਜਾਣਨੇ ਜ਼ਰੂਰੀ ਨੇ? ਜੋਹਾਨਸਨਬਰਗ ਦੇ ਵਿੱਚ ਮੀਟਿੰਗ ਸੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਪਹੁੰਚੇ ਹੋਏ ਸੀ ਸਰ। ਹਾਂ, ਪ੍ਰਾਈਮ ਮਿਨਿਸਟਰ ਉੱਥੇ ਗਏ ਨੇ, ਹੋਰ ਇੱਕ ਸਿਰਫ ਵਾਲਡਾਮਿਰ ਪੁਟਿਨ ਜਿਹੜੇ ਨੇ, ਜਿਹੜੇ ਰਸ਼ੀਆ ਦੇ ਪ੍ਰੈਜ਼ੀਡੈਂਟ ਆ, ਉਹ ਉੱਥੇ ਪ੍ਰੈਜ਼ੈਂਟ ਨਹੀਂ ਸੀ, ਕਿਉਂਕਿ ਉਹਨਾਂ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਐਜ਼ ਏ ਵਾਰ ਕ੍ਰਿਮੀਨਲ ਡਿਕਲੇਅਰ ਕਰਤਾ ਹੋਇਆ। ਸੋ ਨਾਓ ਹੀ ਇਜ਼ ਲਾਇਬਲ ਟੂ ਬੀ ਅਰੈਸਟਡ। ਜਿਹੜੇ ਵੀ ਕੰਟਰੀ ਨੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੂੰ ਮਾਨਤਾ ਦਿੱਤੀ ਹੋਈ, ਸਾਊਥ ਅਫਰੀਕਾ ਇਜ਼ ਵਨ ਆਫ ਦੋਜ਼ ਕੰਟਰੀਜ਼ ਜਿਹਨੇ ਕਿ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੂੰ ਮਾਨਤਾ ਦਿੱਤੀ ਸੀ। ਤੇ ਇਸ ਕਰਕੇ ਉਹ ਡਿਊਟੀ ਬਾਉਂਡ ਸੀਗਾ ਵੀ ਜੇ ਰਸ਼ੀਅਨ ਪ੍ਰੈਜ਼ੀਡੈਂਟ ਉਹਨਾਂ ਦੀ ਸੋਇਲ ਤੇ ਆਉਂਦਾ ਤਾਂ ਉਹਨੂੰ ਅਰੈਸਟ ਕਰਨਾ ਪੈਣਾ ਸੀ ਐਜ਼ ਪਰ ਦਾ ਪੈਂਡਿੰਗ ਵਾਰੰਟਸ। ਉਹ ਜਿਹੜਾ ਹੈਗਾ ਬ੍ਰਿਕਸ ਸੰਮੇਲਨ ਹੈਗਾ, ਬ੍ਰਾਜ਼ੀਲ ਹੈਗਾ, ਰਸ਼ੀਆ, ਇੰਡੀਆ, ਚਾਈਨਾ ਤੇ ਸਾਊਥ ਅਫਰੀਕਾ। ਸਾਊਥ ਅਫਰੀਕਾ ਵੀ ਬਾਅਦ 'ਚ ਐਡ ਕੀਤਾ, ਪਹਿਲੇ ਇਹ 4 ਮਤਲਬ ਕਿ ਦੇਸ਼ਾਂ ਦਾ ਹੀ ਇੱਕ ਗੈਰ ਰਸਮੀ ਸਮੂਹ ਸੀਗਾ। ਇਹਦਾ ਪਿੱਛੇ ਬ੍ਰੇਨ ਬਿਹਾਈਂਡ ਸੀਗਾ ਵਾਲਡਾਮਿਰ ਪੁਟਿਨ ਜਿਹੜੇ ਰਸ਼ੀਆ ਦੇ ਪ੍ਰੈਜ਼ੀਡੈਂਟ ਨੇ।
ਉਹਨਾਂ ਨੇ ਇਹ ਸ਼ੁਰੂ ਕੀਤਾ ਸੀ ਤਾਂ ਕਿ ਐਜ਼ ਏ ਕਾਊਂਟਰ ਵੇਟ ਟੂ ਦਾ ਵੈਸਟਰਨ ਜਿਹੜੀ ਡੋਮੀਨੈਂਸ ਹੈਗੀ ਆ, ਚਾਹੇ G7 ਹੈਗੀ ਆ ਤੇ ਚਾਹੇ G20 ਹੈ, ਇਹਦੇ ਖਿਲਾਫ ਇੱਕ ਉਹਨਾਂ ਨੇ ਕਹਿ ਦਿਓ ਕਿ ਇਹਦੇ ਸਮਾਨ ਅੰਤਰ ਇੱਕ ਸਮੂਹ ਬਣਾਇਆ ਸੀ ਗੈਰ ਰਸਮੀ। ਉਹਦੇ 'ਚ ਹੁਣ ਇਹਨਾਂ ਨੇ ਐਡੀਸ਼ਨ ਕੀਤੀ ਹੈਗੀ ਆ 6 ਮੋਰ ਨੇਸ਼ਨਸ ਦੀ। ਉਹਦੇ 'ਚ ਅਰਜਨਟਾਈਨ ਹੈਗਾ, ਇਥੋਪੀਆ, ਇਰਾਨ ਆ, ਸਾਊਦੀ ਅਰੇਬੀਆ, ਯੂਨਾਈਟਿਡ ਅਰਬ ਐਮੀਰੇਟਸ ਐਂਡ ਇਜਿਪਟ, ਜਦ ਕਿ 20 ਕੰਟਰੀਜ਼ ਪਲੱਸ ਜਿਹੜੇ ਹੋਰ ਨੇ ਜਿਹੜੇ ਮੈਂਬਰਸ਼ਿਪ ਇਹਦੇ ਵਿੱਚ ਸੀਕ ਕਰਨਾ ਚਾਹੁੰਦੇ ਨੇ। ਇਹ ਇੱਕ ਗੈਰ ਰਸਮੀ ਸਮੂਹ ਹੈਗਾ ਜਿਹਨੂੰ ਕਿ ਗਲੋਬਲ ਸਾਊਥ ਦਾ ਵੀ ਕਿਹਾ ਜਾਂਦਾ, ਕਿਉਂਕਿ ਇਸ ਸਮੂਹ ਦੇ ਵਿੱਚ ਜਿਹੜੇ ਦੇਸ਼ ਨੇ ਉਹ ਆਲਮੋਸਟ 42% ਆਫ ਦੀ ਵਰਲਡ ਪਾਪੂਲੇਸ਼ਨ ਹੈਗੇ ਨੇ। ਇਹ 26% ਆਫ ਦਾ ਵਰਲਡ ਦਾ ਟੋਟਲ ਲੈਂਡ ਏਰੀਆ ਇਹਨਾਂ ਮੁਲਕਾਂ ਕੋਲੇ 4। ਇਸੇ ਤਰ੍ਹਾਂ ਜਿਹੜੀ GDP ਹੈਗੀ ਇਹਨਾਂ ਦੀ ਉਹਦੇ ਵਿੱਚ ਜਿਹੜਾ ਸ਼ੇਅਰ ਆ ਉਹ 27% ਆ ਵਰਲਡ ਦੀ ਲੈਵਲ ਤੇ। ਇਸ ਕਰਕੇ ਇਹ ਕਾਫੀ ਪ੍ਰੋਮੀਨੈਂਸ ਰੱਖਣ ਵਾਲਾ ਗੈਰ ਰਸਮੀ ਸਮੂਹ ਹੈਗਾ, ਪ੍ਰੋਵਾਈਡਡ ਕਿ ਇਹ ਇਕੱਠੇ ਰਹਿ ਸਕਣ। ਹੁਣ ਵੀ ਜਦੋਂ ਹੋਇਆ ਹੈਗਾ ਜਿਹੜਾ ਕਿ ਇਹਨਾਂ ਨੇ 4 ਮੈਂਬਰਸ ਰਲਾਏ ਨੇ ਬ੍ਰਿਕਸ ਦੇ ਵਿੱਚ, ਉਹ ਅਸਿਸਟੈਂਸ ਹੋਈ ਹੈਗੀ ਚਾਈਨੀਜ਼ ਪ੍ਰੈਜ਼ੀਡੈਂਟ ਦੀ। ਇੰਡੀਆ ਇਸ ਦੇ ਬਾਰੇ ਐਕਸਪੈਂਸ਼ਨ ਬਾਰੇ ਦੇ ਹੈਡ ਸਮ ਐਸਪਰਸ਼ਨਸ, ਉਹਨਾਂ ਨੂੰ ਕੁਝ ਖਾਦਸੇ ਸੀਗੇ ਕਿ ਹਜੇ ਇਹਨੂੰ ਵਧਾਇਆ ਨਾ ਜਾਵੇ, ਕਿਉਂਕਿ ਇਹਨਾਂ ਦੇ ਇੰਡੀਆ ਦੇ ਵੈਸਟਰਨ ਵਰਲਡ ਨਾਲ ਜ਼ਿਆਦਾ ਤਾਲੁਕਾਤ ਚੰਗੇ ਨੇ ਬਾਕੀ ਮੁਲਕਾਂ ਦੇ ਮੁਕਾਬਲੇ ਦੇ ਵਿੱਚ। ਈਵਨ ਸਾਊਥ ਅਫਰੀਕਾ ਵੀ ਆਪਣੀਆਂ ਸੌਫਟ ਲੀਨਿੰਗਸ ਰੱਖਦਾ ਹੈਗਾ ਟੁਵਰਡਸ ਵੈਸਟਰਨ ਡੈਮੋਕ੍ਰੇਸੀਜ਼, ਜਦ ਕਿ ਰਸ਼ੀਆ ਤੇ ਚਾਈਨਾ ਜਾਂ ਬ੍ਰਾਜ਼ੀਲ ਹੈਗਾ ਉਹਨਾਂ ਦੇ ਬੜੇ ਕਲੀਅਰ ਕੱਟ ਸਟੈਂਡਸ ਨੇ ਕਿ ਉਹ ਉਸ ਡੋਮੀਨੈਂਸ ਨੂੰ ਮੰਨਣ ਨੂੰ ਤਿਆਰ ਨਹੀਂ ਗੇ। ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੇ ਸਮੂਹ ਨੇ ਜਿਹੜੇ ਕਿ ਆਪਣੇ ਲੈਵਲ ਤੇ ਵੈਸਟਰਨ ਡੋਮੀਨੈਂਸ ਨੂੰ ਚੈਲੰਜ ਕਰ ਰਹੇ। ਤੁਸੀਂ ਰਸ਼ੀਆ ਤਾਂ ਚਲੋ ਯੂਕਰੇਨ ਵਿੱਚ ਉਲਝਿਆ ਹੋਇਆ, ਇਸੇ ਤਰ੍ਹਾਂ ਚਾਈਨਾ ਤਾਇਵਾਨ ਨਾਲ ਉਲਝਿਆ ਹੋਇਆ, ਸਾਊਥ ਚਾਈਨਾ ਸੀ ਵਿੱਚ ਉਲਝਿਆ ਹੋਇਆ, ਆਪਣਾ ਬਾਰਡਰ ਦਾ ਡਿਸਪਿਊਟ ਚੱਲ ਰਿਹਾ ਉਹਨਾਂ ਦਾ ਇੰਡੀਆ ਦੇ ਨਾਲ, ਜਿਹੜਾ ਕਿ ਉਸ ਟਾਈਮ ਤੇ ਹੁਣ ਤੁਸੀਂ ਦੇਖੋ ਜਿਹੜੀ ਮੀਟਿੰਗ ਹੋਈ ਆ ਵਿਦ ਚਾਈਨਾ ਦੇ ਪ੍ਰੈਜ਼ੀਡੈਂਟ ਦੀ ਤੇ ਇੰਡੀਅਨ ਪ੍ਰਾਈਮ ਮਿਨਿਸਟਰ ਦੀ, ਹੁਣ ਇਸ ਟ੍ਰਿਵੀਅਲ ਇਸ਼ੂ ਤੇ ਆ ਗਈ ਕਿ ਕਿਹਦੇ ਮਤਲਬ ਕਿ ਕਿਹਦੀ ਇਨਵੀਟੇਸ਼ਨ ਤੇ ਮੀਟਿੰਗ ਹੋਈ ਆ। ਉਹ ਕਹਿੰਦੇ ਆ ਵੀ ਇਹ ਚਾਈਨਾ ਵੱਲੋਂ ਮੰਗ ਕੀਤੇ ਜਾਣ ਕਰਕੇ ਮੀਟਿੰਗ ਹੋਈ, ਜਦ ਕਿ ਬੜੀ ਬਰੀਫ ਮੀਟਿੰਗ ਹੋਈ ਆ ਉਹ। ਤੇ ਦੂਜੇ ਪਾਸੇ ਇਹ ਜਿਹੜੇ ਚਾਈਨੀਜ਼ ਆ ਉਹਨਾਂ ਨੇ ਬੜਾ ਕਲੀਅਰ ਕੱਟ ਜਵਾਬ ਦਿੱਤਾ ਉੱਥੇ ਕਿ ਇਹ ਜਿਹੜੀ ਮੀਟਿੰਗ ਸੀਗੀ ਇਹ ਸੀਕ ਆਊਟ ਕੀਤੀ ਗਈ ਸੀ ਬਾਏ ਦਾ ਇੰਡੀਅਨ ਪ੍ਰਾਈਮ ਮਿਨਿਸਟਰ। ਮਤਲਬ ਕਿ ਇਸ ਲੈਵਲ ਤੱਕ ਇਹਨਾਂ ਦਾ ਸਮੂਹ ਦੇ ਵਿੱਚ ਆਪਸੀ ਤਾਲਮੇਲ ਹੈਗਾ ਕਿ ਇੱਕ ਦੂਜੇ ਨੂੰ ਮੀਟਿੰਗ ਕਰਨ ਲਈ ਵੀ ਉਹਦੇ ਤੇ ਵੀ ਮੇਨੋ ਮੇਣੀ ਹੋ ਰਹੇ ਨੇ ਆਪਸ 'ਚ ਇੱਕ ਦੂਜੇ ਨਾਲ, ਜਦ ਕਿ ਇਹ ਤਾਂ ਦੱਸ ਨਹੀਂ ਰਹੇ ਕਿ ਜਿਹੜਾ ਮੁੱਦਾ ਹੈਗਾ ਜਿਹੜਾ ਕਿ ਹੁਣ ਰਾਹੁਲ ਗਾਂਧੀ ਬਾਰ-ਬਾਰ ਉਠਾ ਰਿਹਾ, ਉਹ ਆਪਣੇ ਲਦਾਖ ਦੇ ਟੂਰ ਤੇ ਗਿਆ ਹੋਇਆ ਕਿ ਲਦਾਖ ਦੇ ਲੋਕਾਂ ਨੂੰ ਕਿਸੇ ਨੂੰ ਵੀ ਪੁੱਛੋ ਕਿ ਕਿੰਨੀ ਟੈਰੀਟਰੀ ਜਿਹੜੀ ਲਦਾਖ ਦੀ ਹੈਗੀ ਆ ਉਹਦੇ ਬਾਰਡਰ ਦੀ ਉਹ ਚਾਈਨੀਜ਼ ਦੇ ਮਤਲਬ ਕਿ ਕੰਟਰੋਲ ਥੱਲੇ ਹੈਗੀ। ਤੇ ਉਹਨਾਂ ਦੇ ਕਦਮ ਜਿਹੜੇ ਉਹ ਲਗਾਤਾਰ ਚਾਹੇ ਲਦਾਖ ਦੀ ਸਾਈਡ ਤੇ ਨੇ ਤੇ ਚਾਹੇ ਅਰੁਣਾਚਲ ਪ੍ਰਦੇਸ਼ ਦੀ ਸਾਈਡ ਤੇ ਨੇ, ਉਹਦੇ ਵਿੱਚ ਉਹ ਇਨਕਰੋਚਮੈਂਟਸ ਉਹਨਾਂ ਦੀਆਂ ਵੱਧ ਰਹੀਆਂ ਨੇ ਤੇ ਉਹਨਾਂ ਦੇ ਜਿਹੜੇ ਬੰਕਰਸ ਨੇ ਹੋਰ ਸਮਾਨ ਮਿਲਟਰੀਲੀ, ਜਦ ਕਿ ਇੰਡੀਆ ਦੀ ਵੀ ਉੱਥੇ ਬਹੁਤ ਹੈਵੀ ਪ੍ਰੈਜ਼ੈਂਸ ਹੈਗੀ, ਅਰਾਊਂਡ 68,000 ਇਹਨਾਂ ਦੇ ਸੋਲਜਰਸ ਜਿਹੜੇ ਨੇ ਉਹ ਪ੍ਰੈਜ਼ੈਂਟ ਨੇ ਲਦਾਖ ਦੇ ਵਿੱਚ, ਤੇ 9,000 ਤੋਂ ਉੱਤੇ ਇਹਨਾਂ ਦੀ ਹੈਵੀ ਮਸ਼ੀਨਰੀ ਆ ਜਿਹੜੀ ਮਿਲਟਰੀ ਦਾ ਇਕਵਿਪਮੈਂਟ ਆ ਉਹ ਵੀ ਉੱਥੇ ਪ੍ਰੈਜ਼ੈਂਟ ਹੈਗਾ। ਮਤਲਬ ਕਿ ਦੋਨੋਂ ਪਾਸੇ ਇੱਕ ਟੈਨਸ਼ਨ ਬਣੀ ਹੋਈ ਆ। ਭਾਵੇਂ ਹੁਣੇ ਮੀਟਿੰਗ ਦੇ ਵਿੱਚ ਇਹ ਇਸ਼ੂ ਡਿਸਕਸ ਹੋਣਾ ਚਾਹੀਦਾ ਸੀਗਾ ਕਿ ਇਹਨਾਂ ਦੀਆਂ ਜਿਹੜੀਆਂ ਟੈਨਸ਼ਨਸ ਨੇ ਇਹਦੇ ਬਾਰੇ ਕੀ ਬ੍ਰਿਕਸ ਨੇ ਜਿਹੜੇ ਦੂਸਰੇ ਦੇਸ਼ ਨੇ ਕੀ ਉਹਦੇ ਵਿੱਚ ਪੈ ਕੇ ਕੁਛ ਇਹਨਾਂ ਦੀ ਸੰਧੀ ਕਰਾਉਣਾ ਚਾਹੁੰਦੇ ਆ ਜਾਂ ਨਹੀਂ ਕਰਾਉਣਾ ਚਾਹੁੰਦੇ, ਕਿਉਂਕਿ ਲੂਮਿੰਗ ਡੇਂਜਰ ਤਾਂ ਹੈਗਾ ਹੀ ਆ ਨਾ ਚਾਈਨਾ ਦਾ ਇੰਡੀਆ ਦੇ ਬਾਰਡਰਸ ਦੇ ਉੱਤੇ। ਇਸ ਤੇ ਡੀ-ਐਸਕੇਲੇਸ਼ਨ ਐਂਡ ਡੀ-ਇੰਗੇਜਮੈਂਟ ਦੀ ਗੱਲ ਚੱਲੀ ਤਾਂ ਸੀਗੀ ਕਿ ਹੁਣੇ ਪਿਛਾਂ ਹੋ ਜਾਣਗੀਆਂ ਫੌਜਾਂ ਔਰ ਜਿਹੜੇ ਆਪਣੇ ਹਥਿਆਰ ਨੇ ਉਹ ਵੀ ਪਿਛਾਂ ਖਿੱਚਣਗੇ, ਪਰ ਕੋਈ ਇਸ ਤਰ੍ਹਾਂ ਦੀ ਨਹੀਂ ਹੋਈ, ਸਗੋਂ ਅੱਗੇ ਨੂੰ ਵੱਧ ਰਹੇ ਨੇ। ਇਹ ਬਾਰ-ਬਾਰ ਤੁਸੀਂ ਰਾਹੁਲ ਗਾਂਧੀ ਦਾ ਬਾਰ-ਬਾਰ ਬਿਆਨ ਦੇ ਰਿਹਾ ਇਸ ਬਾਰੇ, ਬਾਕੀ ਪਾਰਟੀਆਂ ਵੀ ਬੋਲ ਰਹੀਆਂ ਨੇ, ਪਰ ਕਿਉਂਕਿ ਉਹ ਵੱਡੀ ਪਾਰਟੀ ਉਹਨਾਂ ਨੂੰ ਪ੍ਰੋਮੀਨੈਂਸ ਮਿਲਦੀ ਹੈਗੀ। ਦੂਸਰੀ ਇੱਕ ਜਿਹੜਾ ਇੰਟਰਸਟਿੰਗ ਆਸਪੈਕਟ ਹੋਇਆ ਹੈਗਾ, ਹੁਣ ਜਿੱਥੇ ਵੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣ ਲੇਟਲੀ ਜਾ ਰਹੇ ਨੇ ਉੱਥੇ ਕੋਈ ਨਾ ਕੋਈ ਕੰਟਰੋਵਰਸੀ ਜ਼ਰੂਰ ਖੜੀ ਹੋ ਰਹੀ ਆ ਕਿ ਇੰਡੀਆ ਆਪਣੀਆਂ ਹੈਗਾਮੋਨਿਕ ਜਿਹੜੀਆਂ ਇਹਨਾਂ ਨੇ ਟ੍ਰੋਲ ਆਰਮੀਜ਼ ਬਣਾਈਆਂ ਹੋਈਆਂ ਨੇ ਉਹ ਕਿਤੇ ਨਾ ਕਿਤੇ ਜਾ ਕੇ ਇੰਡੀਆ ਪ੍ਰਾਈਮ ਮਿਨਿਸਟਰ ਦੇ ਨਾਲ ਜੁੜੀਆਂ ਹੋਈਆਂ ਨੇ। ਕਿਉਂਕਿ ਜਿਹੜਾ ਨਿਊਯਾਰਕ ਟਾਈਮਸ ਨੇ ਰਾਈਟ ਵੇ ਜਦੋਂ ਪ੍ਰਾਈਮ ਮਿਨਿਸਟਰ ਦਾ USA ਦਾ ਵਿਜ਼ਿਟ ਖਤਮ ਹੋਇਆ ਤਾਂ ਉਹਨਾਂ ਨੇ ਇੱਕ ਬਹੁਤ ਵੱਡਾ op-ed ਲਿਖਿਆ ਸੀ ਕਿ ਜਿਹੜਾ ਇੱਥੇ ਜਨ ਸਮੂਹ ਇਕੱਠਾ ਕੀਤਾ ਗਿਆ ਇੰਡੀਅਨ ਡਾਇਸਪੋਰਾ ਦਾ, ਦਿਸ ਵਾਜ਼ ਆਲ ਮੈਨੇਜਡ and controlled by the people in India
ਐਂਡ ਉਹ ਗਵਰਨਮੈਂਟ ਦੇ ਨਾਲ ਐਫੀਲੀਏਟਡ ਸੀਗੇ, ਪਰ ਉੱਥੇ ਉਹਨੂੰ ਐਂ ਦਿਖਾਇਆ ਜਾ ਰਿਹਾ ਸੀ ਵੀ ਜਿਵੇਂ ਇਹ ਕੁਦਰਤੀ ਲੋਕੀ ਆਪਣੇ ਆਪ ਹੀ ਮਿਲਣ ਨੂੰ ਤੁਰ ਪਏ। ਇੰਡੀਅਨ ਪ੍ਰਾਈਮ ਮਿਨਿਸਟਰ ਬਾਰੇ ਉਹਨਾਂ ਦਾ ਇੰਨਾ ਜਜ਼ਬਾ ਹੈਗਾ। ਇਸੇ ਤਰ੍ਹਾਂ ਆਸਟ੍ਰੇਲੀਆ 'ਚ ਹੋਇਆ। ਇਸੇ ਤਰ੍ਹਾਂ ਜਦੋਂ ਇਹ ਫਰਾਂਸ ਗਏ ਤਾਂ ਉਦੋਂ ਵੀ ਯੂਰਪੀਅਨ ਯੂਨੀਅਨ ਨੇ ਆਪਣਾ ਰੈਜ਼ੋਲੂਸ਼ਨ ਲਿਆਂਦਾ, ਬੜਾ ਸਟਰੋਂਗ ਵਰਡਡ ਅਬਾਊਟ ਮਨੀਪੁਰ। ਇਸੇ ਤਰ੍ਹਾਂ ਜਿਹੜੇ ਪ੍ਰੋਮੀਨੈਂਟ ਪਰਸਨੈਲਿਟੀ ਸੀਗੀਆਂ ਫਰਾਂਸ ਦੇ ਵਿੱਚ, ਉਹਨਾਂ ਨੇ ਇਹਨਾਂ ਦੀ ਜਿਹੜਾ ਇਹਨਾਂ ਦਾ ਗਲੋਰੀਫਾਈਡ ਪਾਸਟ ਹੈਗਾ ਉਹਦੇ ਬਾਰੇ ਜ਼ਿਕਰ ਕਰਨਾ ਚਾਹਿਆ ਕਿ ਤੇ ਉਹਨਾਂ ਨੇ ਪ੍ਰੈਜ਼ੀਡੈਂਟ ਨੂੰ ਐਮੈਲੀਅਨ ਨੂੰ ਉਹਨੂੰ ਕਿਹਾ ਸੀਗਾ ਕਿ ਇਹਨਾਂ ਨੂੰ ਤੁਸੀਂ ਜਿਸ ਤਰ੍ਹਾਂ ਦਾ ਰੁਤਬਾ ਦੇ ਰਹੇ ਆ ਨਹੀਂ ਦੇਣਾ ਬਣਦਾ, ਕਿਉਂਕਿ ਇਹਨਾਂ ਤੇ ਪਰਸਨਲੀ ਵੀ ਕੁਝ ਦੋਸ਼ ਇੱਦਾਂ ਦੇ ਲੱਗਦੇ ਨੇ। ਗੁਜਰਾਤ ਦਾ ਜਿਹੜਾ 2002 ਦੀ ਕਾਰਨ ਹੈ, ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਇਹਨਾਂ ਨੇ ਆਪਣੀ ਗਵਰਨੈਂਸ ਚਲਾਈ ਹੈਗੀ 2014 ਔਨਵਰਡਸ, ਉਹਦੇ ਬਾਰੇ ਬੜੇ ਵੱਡੇ ਸਵਾਲ ਖੜੇ ਨੇ ਔਨ ਦਾ ਵਰਲਡ ਲੈਵਲ। ਤੇ ਹੁਣ ਜਦੋਂ ਇਹ ਸਾਊਥ ਅਫਰੀਕਾ ਗਏ ਤਾਂ ਇਹਨਾਂ ਦਾ ਪਲੇਨ ਜਦੋਂ ਜਾ ਕੇ ਵਾਟਰ ਕਲੂਫ 에ਅਰਫੋਰਸ ਬੇਸ ਤੇ ਰੁਕਿਆ ਤਾਂ ਇਹਨਾਂ ਨੂੰ ਲੈਣ ਲਈ ਉਹਨਾਂ ਦਾ ਇੱਕ ਮਿਨਿਸਟਰ ਆਇਆ ਹੋਇਆ ਸੀ ਸਾਊਥ ਅਫਰੀਕਾ ਦੀ ਗਵਰਨਮੈਂਟ ਦਾ। ਉਸ ਕਰਕੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਪਲੇਨ ਤੋਂ ਉਤਰਨ ਤੋਂ ਨਾ ਕਰਤੀ ਸੀ ਕਿ ਮੈਨੂੰ ਪ੍ਰੈਜ਼ੀਡੈਂਟ ਸੈਰਲ ਰਾਮਾਫੋਸਾ ਕਿਉਂ ਨਹੀਂ ਆਪਣੇ ਆਪ ਰਿਸੀਵ ਕਰਨਾ ਹੈ, ਕਿਉਂਕਿ ਉਹਨਾਂ ਨੇ ਚਾਈਨੀਜ਼ ਪ੍ਰੈਜ਼ੀਡੈਂਟ ਨੂੰ ਜਿਹੜਾ 에ਅਰਫੋਰਸ ਬੇਸ ਤੇ ਰਿਸੀਵ ਕੀਤਾ ਉਹ ਆਪ ਪ੍ਰੈਜ਼ੀਡੈਂਟ ਸਾਊਥ ਅਫਰੀਕਾ ਨੇ ਕੀਤਾ ਹੈਗਾ। ਤੇ ਇੰਡੀਅਨ ਪ੍ਰਾਈਮ ਮਿਨਿਸਟਰ ਕਹਿੰਦੇ ਸੀ ਵੀ ਸਾਨੂੰ ਵੀ ਬਰਾਬਰ ਦਾ ਰੁਤਬਾ ਦੇਣਾ ਚਾਹੀਦਾ ਸੀ। ਫਿਰ ਉਹਦੇ ਵਿੱਚ ਉਹਨਾਂ ਦੇ ਆਫਿਸ ਪ੍ਰੈਜ਼ੀਡੈਂਸ਼ੀਅਲ ਆਫਿਸ ਨੂੰ ਇੰਟਰਵੀਨ ਕਰਨਾ ਪਿਆ, ਤਾਂ ਪ੍ਰਾਈਮ ਮਿਨਿਸਟਰ ਜਿਹੜੇ ਹੈਗੇ ਉਸ ਆਪਣੇ ਪਲੇਨ ਤੋਂ ਉਤਰੇ ਹੈਗੇ ਆ। ਇਸ ਬਾਰੇ ਜਦੋਂ ਦਿੱਲੀ ਮੈਵਰਿਕ ਇੱਕ ਵੈਬਸਾਈਟ ਆ, ਪੋਰਟਲ ਹੈਗਾ ਅਫਰੀਕਾ ਸਾਊਥ ਅਫਰੀਕਾ ਦੇ ਵਿੱਚ, ਉਹਨਾਂ ਨੇ ਜਦੋਂ ਇਹ ਰਿਪੋਰਟ ਕੀਤਾ ਤਾਂ ਉਹਨਾਂ ਨੂੰ ਰਾਈਟ ਵੇ ਜਿਹੜਾ ਉਹਨਾਂ ਦਾ ਡਿਲੀਵਰੈਂਸ ਡਿਵਾਈਸ ਆਫ ਸਰਵੈਂਸ ਹੈਗੀ ਆ ਸਰਵਿਸ, ਉਹਦੇ ਵਿੱਚ ਬਲੌਕੇਜ ਆ ਗਈ। ਤੇ ਜਦੋਂ ਉਹਨਾਂ ਦੇ ਸਿਕਿਉਰਿਟੀ ਐਨਲਿਸਟ ਨੇ ਉਹ ਬਲੌਕੇਜ ਬਾਰੇ ਚੈੱਕ ਕੀਤਾ ਤਾਂ ਉਹ ਇਹ ਹੋਇਆ ਕਿ ਉਹਨਾਂ ਦੀ ਸਾਰੀ ਸਾਈਟ ਜਿਹੜੀ ਸੀ ਬਲੌਕਡ ਆਊਟ ਹੋ ਗਈ ਸੀਗੀ, ਤੇ ਉਹਨਾਂ ਦੇ ਕਿਸੇ ਤਰ੍ਹਾਂ ਵੀ ਜਿਹੜੇ ਸਰਵਰ ਸੀ ਉਹ ਸਾਰੇ ਡਾਊਨ ਕਰ ਦਿੱਤੇ ਗਏ, ਕਿਉਂਕਿ ਉਹਨਾਂ ਦੀ ਸਰਵਰ ਨੂੰ ਇੰਨਾ ਵੱਡਾ ਅਟੈਕ ਹੋਇਆ ਇੰਡੀਅਨ ਸਰਵਰਾਂ ਵੱਲੋਂ ਜਦੋਂ ਉਹਨਾਂ ਦੀ ਸਿਕਿਉਰਿਟੀ ਟੀਮ ਨੇ ਫਾਈਂਡ ਆਊਟ ਕੀਤਾ। ਤੇ ਉਸ ਤੋਂ ਬਾਅਦ ਜਿਹੜਾ ਵਾਈਸ ਪ੍ਰੈਜ਼ੀਡੈਂਟ ਦਾ ਆਫਿਸ ਆ ਪੌਲ ਮਸ਼ੈਂਤੇਲਾ, ਉਹਨਾਂ ਨੇ ਆਪਣਾ ਇੱਕ ਸਟੇਟਮੈਂਟ ਉਹਨਾਂ ਤੋਂ ਦਵਾਈ ਗਈ ਆ ਕਿ ਇਹ ਜਿਹੜਾ ਇਨਸੀਡੈਂਟ ਦਿੱਲੀ ਮੈਵਰਿਕ ਸਾਈਟ ਨੇ ਦੱਸਿਆ ਹੈਗਾ ਇਹ ਬਿਲਕੁਲ ਝੂਠ ਆ, ਇਦਾਂ ਦੀ ਕੋਈ ਗੱਲ ਨਹੀਂ ਹੋਈ। ਪਰ ਦਿੱਲੀ ਮੈਵਰਿਕ ਨੇ ਦੁਬਾਰਾ ਸਟੇਟਮੈਂਟ ਇਸ਼ੂ ਕੀਤੀ ਆ ਕਿ ਵੀ ਸਟੈਂਡ ਵਿਦ ਈਚ ਐਂਡ ਐਵਰੀ ਵਰਡ ਆਫ ਆਵਰ ਸਟੇਟਮੈਂਟ। ਜਿਹੜੇ ਨਵੇਂ ਮੈਂਬਰ ਵੀ ਐਡ ਕੀਤੇ ਗਏ ਨੇ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਚਾਈਨਾ ਡੋਮੀਨੈਂਸ ਜਿਹੜੀ ਉਹ ਨਜ਼ਰ ਆ ਰਹੀ ਹੈਗੀ ਆ। ਔਰ ਬ੍ਰਿਕਸ ਜਿਹੜਾ ਹੈਗਾ, ਬ੍ਰਿਕਸ ਦਾ ਫਾਇਦੇ ਦੀ ਅਗਰ ਆਪਾਂ ਗੱਲ ਕਰੀਏ ਤਾਂ ਕਿਤੇ ਵੀ ਭਾਰਤ ਦੇ ਪੱਖੋਂ ਦੇਖੀਏ ਤਾਂ ਟ੍ਰੇਡ ਡੈਫਿਸਿਟ ਹਰ ਜਗ੍ਹਾ ਦੇ ਉੱਤੇ ਹੈਗਾ। ਹਰ ਸਟੇਟ ਦੇ ਨਾਲ, ਹਰ ਕੰਟਰੀ ਦੇ ਨਾਲ ਸਾਡਾ ਟ੍ਰੇਡ ਜਿਹੜਾ ਹੈਗਾ, ਭਾਰਤ ਦਾ ਵਪਾਰ ਹੈ ਉਹ ਘਾਟੇ 'ਚ ਚੱਲ ਰਿਹਾ ਹੈ। ਸਾਊਦੀ ਅਰੇਬੀਆ ਐਂਡ ਈਰਾਨ ਦਾ ਸਮਝੌਤਾ ਕਰਵਾਉਂਦਾ ਹੈ ਚੀਨ। ਅੱਜ ਉਹਨਾਂ ਹੀ ਦੋਨਾਂ ਨੂੰ ਬ੍ਰਿਕਸ ਦੇ ਵਿੱਚ ਸ਼ਾਮਿਲ ਕਰਨ ਦੇ ਲਈ ਚੀਨ ਹੀ ਗੱਲ ਨੂੰ ਅੱਗੇ ਵਧਾਉਂਦਾ ਹੈ। ਸਰ ਥੈਂਕ ਯੂ ਸੋ ਮਚ। ਕੁਝ ਕਹਿਣਾ ਚਾਹੋਗੇ ਤੁਸੀਂ? ਬੜੀ ਮਤਲਬ ਕਿ ਹੈਵੀ ਡੈਫਿਸਿਟ ਹੈਗਾ ਜਿਹੜਾ ਟ੍ਰੇਡ ਦਾ ਇੰਡੀਆ ਦਾ ਇਸ ਟਾਈਮ ਤੇ ਐਕਸਪੋਰਟ ਇੰਪੋਰਟ ਵਿੱਚ ਆ ਰਿਹਾ, ਅਰਾਊਂਡ ਕਲੋਜ਼ ਟੂ 22% ਪਲੱਸ ਹੈਗਾ। ਥੈਂਕ ਯੂ।